Hello everyone, my name is Mohit Sahgal. On the behalf of VSC, today I just want to tell you that how to do list of headings that most of the students find difficult to do. And I want to share the technique that I followed during my examination, or I could say that during my IELTS examination. So let's get started with our list of headings. Thank you. ਓਕੇ ਸੋ ਲੈਟਸ ਗੈਟ ਸਟਾਰਟਡ। ਸੋ ਸਭ ਤੋਂ ਪਹਿਲਾਂ ਜਦੋਂ ਆਪਾਂ ਰੀਡਿੰਗ ਕਰਨੀ ਹੁੰਦੀ ਹੈ, ਕਾਫੀ ਸਾਰੇ ਸਟੂਡੈਂਟਸ ਦਾ ਡਾਊਟ ਹੁੰਦਾ ਹੈ ਕਿ ਆਪਾਂ ਸ਼ੁਰੂਆਤ ਕਿਵੇਂ ਕਰਨੀ ਹੈ। ਬਟ ਮੇਰੇ ਅਕੋਰਡਿੰਗਲੀ ਜੇ ਮੈਂ ਆਪਦਾ ਮੈਥਡ ਥੋੜਾ ਜਿਹਾ ਡਿਸਕ੍ਰਾਈਬ ਕਰਾਂਗਾ ਤਾਂ ਉਹਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਆਪਾਂ ਕੁਐਸਚਨਸ ਪੜ੍ਹਨੇ ਹੁੰਦੇ ਨੇ। ਫੋਰ ਐਗਜ਼ਾਮਪਲ ਕਿ ਲਿਸਟ ਆਫ ਹੈਡਿੰਗ ਦਿੱਤੇ ਨੇ, ਜਿਹੜਾ ਆਪਣਾ ਅੱਜ ਮੇਨ ਮੋਟਿਵ ਵੀ ਆਪਾਂ ਲਿਸਟ ਆਫ ਹੈਡਿੰਗ ਕਰਨੇ ਆ। ਕਾਫੀ ਸਾਰੇ ਸਟੂਡੈਂਟ ਕੀ ਇਹਦੇ ਵਿੱਚ ਵੇਖਦੇ ਆ ਕਿ ਉਹਦੇ ਵਿੱਚ ਪੈਰਾਗ੍ਰਾਫ ਦੇ ਵਿੱਚ ਦੋ ਤਿੰਨ ਤਰ੍ਹਾਂ ਦੀਆਂ ਆਪਸ਼ਨਸ ਵੀ ਮੈਚ ਕਰਦੀਆਂ ਹੁੰਦੀਆਂ ਨੇ। ਸੋ ਇੱਥੇ ਮੇਨ ਡਿਫਰੈਂਸ ਕੀ ਹੁੰਦਾ ਹੈ, ਫਸਟ ਚੀਜ਼ ਹੁੰਦੀ ਹੈ ਜੀ ਮੇਨ ਆਈਡੀਆ। ਮੇਨ ਆਈਡੀਆ ਐਂਡ ਸੈਕੰਡ ਚੀਜ਼ ਕੀ ਹੁੰਦੀ ਆ, ਸਪੈਸੀਫਿਕ ਇਨਫੋਰਮੇਸ਼ਨ, ਸਪੈਸੀਫਿਕ ਇਨਫੋ। ਸੋ ਇਹਨਾਂ ਦੋਨਾਂ ਦੇ ਵਿੱਚ ਵੀ ਲਾ ਲਓ ਡਿਫਰੈਂਸ ਕੀ ਹੁੰਦਾ ਹੈ। ਜਿਹੜਾ ਹੁੰਦਾ ਮੇਨ ਆਈਡੀਆ, ਮੇਨ ਆਈਡੀਆ ਕੀ ਹੋਊਗਾ, ਆਪਣਾ ਆਨਸਰ ਹੋਊਗਾ। ਮੇਨ ਆਈਡੀਆ ਕੀ ਆ, ਆਪਣਾ ਉਹਨਾਂ ਨੇ ਪੂਰਾ ਦੱਸਿਆ ਹੋਊਗਾ ਵੀ ਇਹਦੇ ਵਿੱਚ ਅਸੀਂ ਪੈਰਾਗ੍ਰਾਫ ਦੇ ਵਿੱਚ ਕੀ ਦੱਸਣਾ ਚਾਹੁੰਦੇ ਹਾਂ। ਸੈਕੰਡ ਚੀਜ਼ ਕੀ ਹੁੰਦੀ ਆ, ਸਪੈਸੀਫਿਕ ਇਨਫੋਰਮੇਸ਼ਨ। ਸਪੈਸੀਫਿਕ ਇਨਫੋਰਮੇਸ਼ਨ ਕੀ ਹੋਊਗੀ, ਉਹਨਾਂ ਨੇ ਇਹ ਵੀ ਲਾਈਨ ਲਿਖੀ ਹੋਊਗੀ ਬਟ ਇਹਦਾ ਮਤਲਬ ਇਹ ਨਹੀਂਗਾ ਕਿ ਆਪਣਾ ਆਨਸਰ ਇਹ ਹੋਊਗਾ। ਸੋ ਅੱਜ ਵਾਲੀ ਰੀਡਿੰਗ ਆਪਾਂ ਇਸੇ ਕਰਕੇ ਫੀਵਰ ਦੀ ਲੈ ਕੇ ਆਏ ਆ। ਕਾਫੀ ਸਾਰੇ ਸਟੂਡੈਂਟ ਨੂੰ ਵੀ ਕਹਿੰਦੇ ਆ ਵੀ ਫੀਵਰ ਦੀ ਰੀਡਿੰਗ ਬਹੁਤ ਹੀ ਜ਼ਿਆਦਾ ਔਖੀ ਹੁੰਦੀ ਆ। ਕਿਹੜੀ ਗੱਲੋਂ? ਕਿਉਂਕਿ ਉਹਦੇ ਲਿਸਟ ਆਫ ਹੈਡਿੰਗ ਦੇ ਵਿੱਚ ਉਹਨਾਂ ਨੇ ਦੋਨੇ ਤਰ੍ਹਾਂ ਦੀ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ ਤੇ ਸਟੂਡੈਂਟਸ ਕਨਫਿਊਜ਼ ਹੋ ਜਾਂਦੇ ਆ ਕਿ ਇਹਨਾਂ ਦੋਨਾਂ ਦੇ ਵਿੱਚੋਂ ਕਿਹੜਾ ਆਨਸਰ ਆਊਗਾ। ਸੋ ਆਪਾਂ ਸਟਾਰਟ ਕਰਦੇ ਹਾਂ ਜੀ। ਆਪਣੇ ਜਿਵੇਂ ਤੁਸੀਂ ਦੇਖ ਸਕਦੇ ਹੋ ਏ ਤੋਂ ਲੈ ਕੇ ਈ ਪੈਰਾਗ੍ਰਾਫ ਤੱਕ ਲਿਸਟ ਆਫ ਹੈਡਿੰਗ ਨੇ। ਸੋ ਸ਼ੁਰੂ ਕਰਦੇ ਹਾਂ ਪਹਿਲੇ ਲਿਸਟ ਆਫ ਹੈਡਿੰਗ ਤੋਂ। ਫਸਟ ਹੈਗਾ ਗਲੇਸ਼ੀਅਰ ਕੰਟੀਨੈਂਟਸ। ਸੋ ਉਹਨਾਂ ਨੇ ਦੱਸੇ ਹੋਣਗੇ ਕੰਟੀਨੈਂਟਸ ਵਗੈਰਾ ਦੱਸੇ ਹੋਣਗੇ ਆਪਾਂ ਨੂੰ, ਠੀਕ ਹੈ ਜੀ। ਸੈਕੰਡ ਕੀ ਆ, ਫਾਰਮੇਸ਼ਨ ਐਂਡ ਗਰੋਥ ਆਫ ਗਲੇਸ਼ੀਅਰ। ਹੁਣ ਜਿਹੜੇ ਗਲੇਸ਼ੀਅਰ ਆ ਬਣਦੇ ਕਿਵੇਂ ਆ ਤੇ ਉਹ ਕੀ ਆ, ਗਰੋਥ ਕਿਵੇਂ ਹੁੰਦੀ ਆ ਉਹਨਾਂ ਦੀ। ਥਰਡ ਕੀ ਆ, ਗਲੇਸ਼ੀਅਰ ਮੂਵਮੈਂਟ, ਗਲੇਸ਼ੀਅਰ ਆਪਣਾ ਮੂਵ ਕਿਵੇਂ ਕਰਦੇ ਆ, ਇੱਕ ਥਾਂ ਤੋਂ ਦੂਜੀ ਥਾਂ ਤੇ ਕਿਵੇਂ ਜਾਂਦੇ ਆ। ਫੋਰਥ ਹੈਗਾ ਗਲੇਸ਼ੀਅਰ ਇਨ ਦੀ ਲਾਸਟ ਆਈਸ ਏਜ। ਸੋ ਆਪਾਂ ਲਾਸਟ ਆਈਸ ਏਜ ਵਗੈਰਾ ਇੱਕ ਹੁੰਦਾ ਜੀ ਕੀਵਰਡ ਚੱਕਣਾ। ਕਾਫੀ ਸਾਰੇ ਸਟੂਡੈਂਟ ਕੀ ਕਰਦੇ ਆ, ਸਕੀਮ ਐਂਡ ਸਕੈਮ ਕਰਦੇ ਆ। ਸੋ ਮੇਰਾ ਮੇਨ ਮੋਟਿਵ ਇਹੀ ਹੈ ਦੱਸਣ ਦਾ ਕਿ ਜਿੱਦਾਂ ਰੀਡਿੰਗ ਦਾ ਮਤਲਬ ਕੀ ਹੁੰਦਾ ਹੈ, ਪੜ੍ਹਨਾ, ਜੇ ਆਪਾਂ ਪੰਜਾਬੀ ਦੇ ਵਿੱਚ ਗੱਲ ਕਰੀਏ। ਬਟ ਕਾਫੀ ਸਾਰੇ ਸਟੂਡੈਂਟ ਦਾ ਮਤਲਬ ਕੱਢਦੇ ਆ ਸਕੀਮ ਐਂਡ ਸਕੈਮ ਕਰਨਾ। ਸਕੀਮ ਐਂਡ ਸਕੈਮ ਕੀਤਾ ਹੁੰਦਾ ਜੀ ਸਿਰਫ ਆਪਣੀ ਮੋਸਟਲੀ ਪੋਸੀਬਿਲਿਟੀ ਆਪਣੇ 6 ਤੋਂ ਵੱਧ ਨਹੀਂ ਆਉਣਗੇ। ਜੇ ਤੁਸੀਂ 6 ਤੋਂ ਜਾਂ ਫਿਰ ਲਾ ਲਓ 7 ਬੈਂਡ ਤੋਂ ਵੱਧ ਅਚੀਵ ਕਰਨਾ ਤਾਂ ਤੁਹਾਨੂੰ ਕੀ ਕਰਨਾ ਪਊਗਾ ਜੀ, ਸਕੀਮ ਐਂਡ ਸਕੈਮ ਤੋਂ ਇਲਾਵਾ ਤੁਹਾਨੂੰ ਅੰਡਰਸਟੈਂਡਿੰਗ ਆਪਦੀ ਵਧਾਉਣੀ ਪਊਗੀ। ਦੂਜਾ ਕੀ, ਆਪਣੀ ਰੀਡਿੰਗ ਐਬਿਲਿਟੀ ਵਧਾਉਣੀ ਪਊਗੀ। ਤੁਸੀਂ ਕਿੰਨੀ ਛੇਤੀ ਪੜ੍ਹ ਸਕਦੇ ਹੋ ਤੇ ਕਿੰਨੀ ਛੇਤੀ ਲਾਈਨ ਨੂੰ ਸਮਝ ਸਕਦੇ ਹੋ। ਸੋ ਆਪਣੇ ਫਿਫਥ ਆਪਸ਼ਨ ਹੈਗੀ ਆ ਗਲੇਸ਼ੀਅਰਸ ਥਰੂ ਆਊਟ ਦੀ ਈਅਰਸ। ਈਅਰਸ ਮਤਲਬ ਉਹਨਾਂ ਨੇ ਸਾਲ ਦੱਸੇ ਹੋਣਗੇ ਵੀ ਕਿਵੇਂ ਕਿਵੇਂ ਗਰੋ ਕਰਦੇ ਆ ਜਾਂ ਇੱਦਾਂ ਦੀ ਕੋਈ ਉਹਨਾਂ ਨੇ ਗੱਲ ਕੀਤੀ ਹੋਊਗੀ। ਨੈਕਸਟ ਹੈਗਾ ਟਾਈਪਸ ਆਫ ਗਲੇਸ਼ੀਅਰ। ਗਲੇਸ਼ੀਅਰ ਕਿੰਨੇ ਟਾਈਪ ਦੇ ਹੁੰਦੇ ਨੇ। ਗਲੇਸ਼ੀਅਰ ਇਫੈਕਟ ਔਨ ਲੈਂਡਸਕੇਪ। ਲੈਂਡਸਕੇਪ ਮਤਲਬ ਆਪਣੇ ਜਿਹੜਾ ਇਲਾਕਾ ਵਗੈਰਾ ਹੁੰਦਾ, ਫੋਰ ਐਗਜ਼ਾਮਪਲ ਕਿ ਜਿਵੇਂ ਲਾ ਲਓ ਲੈਂਡ ਵਗੈਰਾ ਹੋ ਗਿਆ, ਉਹਦੇ ਉੱਤੇ ਕਿਵੇਂ ਇਫੈਕਟ ਪਾਉਂਦੇ ਆ ਗਲੇਸ਼ੀਅਰ। ਲਾਸਟ ਹੈਗਾ ਗਲੇਸ਼ੀਅਰ ਇਨ ਨੈਸ਼ਨਲ ਪਾਰਕ। ਸੋ ਨੈਸ਼ਨਲ ਪਾਰਕ ਵਰਡ ਜੇ ਉਹਨਾਂ ਨੇ ਦਿੱਤਾ ਮਤਲਬ ਆਪਣਾ ਆਨਸਰ ਆ ਸਕਦਾ, ਬਟ ਫਿਰ ਸੇਮ ਚੀਜ਼ ਕੀ ਆਊਗੀ, ਜਾਂ ਤਾਂ ਮੇਨ ਆਈਡੀਆ ਲੱਭਣਾ, ਦੂਜਾ ਕੀ ਜਾਂ ਸਪੈਸੀਫਿਕ ਇਨਫੋਰਮੇਸ਼ਨ ਹੋਊਗੀ। ਸੋ ਸ਼ੁਰੂ ਕਰਦੇ ਹਾਂ ਜੀ ਆਪਣੇ ਪਹਿਲੇ ਤੋਂ। ਸੋ ਫਸਟ ਆਪਣਾ ਸ਼ੁਰੂ ਹੁੰਦਾ ਹੈ ਬਿਸਾਈਡਸ ਦੀ ਅਰਥ ਓਸ਼ਨ। ਉਹ ਕਹਿੰਦੇ ਆ ਵੀ ਜੇ ਆਪਾਂ ਅਰਥ ਓਸ਼ਨ ਨੂੰ ਪਾਸੇ ਰੱਖਿਆ ਜਾਵੇ ਤੇ ਜਿਹੜੇ ਗਲੇਸ਼ੀਅਰ ਆਈਸ ਇਸ ਦੀ ਲਾਰਜੈਸਟ ਸੋਰਸ ਆਫ ਵਾਟਰ ਔਨ ਅਰਥ। ਗਲੇਸ਼ੀਅਰ ਆਈਸ ਕੀ ਹੈ, ਸਭ ਤੋਂ ਵੱਡਾ ਸੋਰਸ ਆ ਕਾਹਦਾ, ਵਾਟਰ ਦਾ। ਸੋ ਪਹਿਲਾਂ ਮੈਂ ਸਭ ਤੋਂ ਇੱਕ ਚੀਜ਼ ਦੱਸਣਾ ਚਾਹੁੰਦਾ, ਸਭ ਤੋਂ ਪਹਿਲਾਂ ਉਹ ਕੀ ਹੁੰਦੀ ਹੈ ਕਿ ਆਪਣਾ ਇੱਕ ਟੌਪਿਕ ਸੈਂਟੈਂਸ ਹੁੰਦਾ ਹੈ। ਰਾਈਟਿੰਗ ਟਾਸਕ 2 ਤੇ ਇੱਕ ਰੀਡਿੰਗ, ਦੋਨਾਂ ਦੀ ਸਿਮਿਲੈਰਿਟੀ ਕੀ ਹੁੰਦੀ ਹੈ, ਆਪਾਂ ਨੂੰ ਟੌਪਿਕ ਸੈਂਟੈਂਸ ਦਿੱਤਾ ਹੁੰਦਾ ਹੈ। ਸੋ ਜਿਨ੍ਹਾਂ ਸਟੂਡੈਂਟਸ ਨੂੰ ਨਹੀਂ ਪਤਾ ਹੈਗਾ ਕਿ ਟੌਪਿਕ ਸੈਂਟੈਂਸ ਕੀ ਹੁੰਦਾ ਹੈ, ਤਾਂ ਟੌਪਿਕ ਸੈਂਟੈਂਸ ਆਪਣਾ ਕੀ ਮੇਨ ਆਈਡੀਆ ਹੁੰਦਾ। ਫੋਰ ਐਗਜ਼ਾਮਪਲ ਕਿ ਸਾਹਮਣੇ ਵਾਲਾ ਆਪਾਂ ਨੂੰ ਦੱਸਣਾ ਕੀ ਚਾਹੁੰਦਾ ਹੈ। ਸੋ ਆਪਾਂ ਰਾਈਟਿੰਗ ਦੇ ਵੱਲ ਘੱਟ ਧਿਆਨ ਦਿੰਦੇ ਹਾਂ। ਸੋ ਮੇਨ ਚੀਜ਼ ਕੀ ਸੀਗੀ, ਆਪਾਂ ਮੇਨ ਟੌਪਿਕ ਸੈਂਟੈਂਸ ਪੜ੍ਹਨਾ ਹੁੰਦਾ। ਫੋਰ ਐਗਜ਼ਾਮਪਲ ਜੇ ਉਹਨੇ ਫਸਟ ਲਾਈਨ ਦੇ ਵਿੱਚ ਆਪਾਂ ਨੂੰ ਐਪਲ ਦੀ ਗੱਲ ਕੀਤੀ ਹੋਈ ਹੈ ਤੇ ਸੈਕੰਡ ਦੇ ਵਿੱਚ ਉਹਨੇ ਬਨਾਨਾ ਲਿਖਿਆ ਹੈ, ਠੀਕ ਹੈ ਜੀ। ਸੋ ਆਪਾਂ ਕੀ ਆ, ਆਪਣਾ ਉਹ ਜਿਹੇ ਆਪਸ਼ਨਸ ਦੇ ਵਿੱਚ ਕੀ ਆ, ਉਹਨਾਂ ਨੇ ਐਪਲ ਤੇ ਬਨਾਨਾ ਦੋਨੇ ਦਿੱਤੇ ਹੋਏ ਆ, ਆਪਾਂ ਕੀ ਐਪਲ ਲਾਵਾਂਗੇ। ਕਿਹੜੀ ਗੱਲੋਂ? ਕਿਉਂਕਿ ਆਪਣੇ ਟੌਪਿਕ ਸੈਂਟੈਂਸ ਆਪਾਂ ਨੂੰ ਐਪਲ ਬਾਰੇ ਦੱਸ ਰਿਹਾ, ਸੋ ਆਪਾਂ ਐਪਲ ਲਾਵਾਂਗੇ। ਸੋ ਇੱਦਾਂ ਦੀ ਐਗਜ਼ਾਮਪਲ ਦੇ ਨਾਲ ਆਪਾਂ ਸਮਝ ਸਕਦੇ ਹਾਂ। ਇਹ ਤਾਂ ਹੋ ਗਿਆ ਟੌਪਿਕ ਸੈਂਟੈਂਸ। ਲਾਸਟ ਵਾਲੀਆਂ ਕੁਝ ਕੁ ਲਾਈਨਸ ਲਾ ਲਓ ਇੰਨੀਆਂ, ਇਹਦੇ ਵਿੱਚ ਆਪਾਂ ਨੂੰ ਕੀ ਦਿੱਤਾ ਹੁੰਦਾ, ਉਹਨਾਂ ਨੇ ਕਨਕਲੂਜਨ ਦਿੱਤਾ ਹੁੰਦਾ। ਜਿਹੜੀਆਂ ਹੁੰਦੀਆਂ ਸੈਂਟਰਲ ਲਾਈਨਸ, ਇਹਦੇ ਵਿੱਚ ਬਹੁਤ ਹੀ ਘੱਟ ਪੋਸੀਬਿਲਿਟੀ ਹੁੰਦੀ ਹੈ ਕਿ ਆਪਣਾ ਆਨਸਰ ਪਿਆ ਹੋਵੇ। ਮੇਨ ਮੋਟਿਵ ਆਪਣਾ ਕੀ ਹੈ ਕਿ ਆਪਾਂ ਪਹਿਲੀਆਂ ਕੁਝ ਲਾਈਨਸ ਜਾਂ ਲਾਸਟ ਵਾਲੀਆਂ ਕੁਝ ਲਾਈਨਸ ਪੜ੍ਹਨੀਆਂ ਹੁੰਦੀਆਂ ਨੇ। ਬਟ ਇਹਦਾ ਮਤਲਬ ਇਹ ਨਹੀਂਗਾ ਕਿ ਆਪਾਂ ਸੈਂਟਰ ਵਾਲੀਆਂ ਸਕਿਪ ਕਰ ਦੇਣੀਆਂ। ਸਕਿਮ ਕਰ ਸਕਦੇ ਹਾਂ, ਵੀ ਘੱਟ ਅੰਡਰਸਟੈਂਡ ਕਰ ਸਕਦੇ ਹਾਂ, ਬਟ ਪੜ੍ਹਨੀਆਂ ਜ਼ਰੂਰ ਹੈ। ਸ਼ੁਰੂ ਕਰਦੇ ਹਾਂ ਜੀ। ਸੈਕਿੰਡ ਲਾਈਨ ਤੇ ਸੀਗੇ ਆਪਾਂ, a glacier is a massive stream or sheet of ice that moves underneath itself under the influence of gravity। ਉਹ ਜਿੰਨਾ ਸਟੂਡੈਂਟਸ ਨੇ ਸੇਮ ਉਹੀ ਚੀਜ਼ ਸੁਣੀ ਹੈ। ਕੀ ਆ ਮੇਨ ਆਈਡੀਆ, ਦੂਜਾ ਕੀ ਸਪੈਸੀਫਿਕ ਇਨਫੋਰਮੇਸ਼ਨ। ਸੋ ਉਹਨਾਂ ਨੇ ਕੀ ਕਰਨਾ ਹੈ ਜੀ, ਉਹਨਾਂ ਨੇ ਮੂਵ ਵਰਡ ਦੇਖ ਲੈਣਾ, ਕੀਵਰਡ ਚੱਕਣਾ, ਜਿਨ੍ਹਾਂ ਨੇ ਉਹਨਾਂ ਦਾ ਆਨਸਰ ਗਲਤ ਹੋਣਾ। ਕਿਹੜੀ ਗੱਲੋਂ? ਹੁਣ ਦੇਖੋ ਇੱਥੇ ਮੂਵ ਵਰਡ ਲਿਖਿਆ ਹੈ, ਇੱਥੇ ਉਹਨਾਂ ਨੇ ਗਲੇਸ਼ੀਅਰ ਮੂਵਮੈਂਟ ਲਿਖਿਆ ਹੈ, ਸਹੀ ਹੈ ਜੀ। ਸੋ ਉਹਨਾਂ ਨੇ ਕੀ ਹੈ, ਇੱਕ ਲਾਈਨ ਦੇ ਵਿੱਚ ਆਪਾਂ ਨੂੰ ਮਾੜੀ ਝਲਕ ਜੀ ਦੱਸਦੀ। ਇਹਦਾ ਮਤਲਬ ਇਹ ਨਹੀਂਗਾ ਕਿ ਆਪਣਾ ਆਨਸਰ ਆ ਸਕਦਾ ਹੈ। ਸੋ ਆਪਾਂ ਅੱਗੇ ਵੀ ਪੜ੍ਹਦੇ ਹਾਂ। Some glaciers travel down mountains or valleys while others spread across the large escape of land। ਉਹ ਕਹਿੰਦੇ ਕੁਛ ਕੁ ਕੀ ਆ,
ਮਾਊਂਟਨਸ ਵਗੈਰਾ ਵੱਲ ਜਾਂਦੇ ਆ, ਟਰੈਵਲ ਕਰਦੇ ਆ ਥੱਲੇ ਨੂੰ, ਉਸ ਤੋਂ ਬਾਅਦ ਜਾਂ ਫਿਰ ਕੀ ਆ ਸਪਰੈਡ, ਮਤਲਬ ਕੀ ਆ ਫੈਲ ਜਾਂਦੇ ਆ ਕਿੱਥੇ ਆਪਣੇ ਲਾਰਜ ਵੀ ਲੈਂਡ ਦੇ ਉੱਤੇ ਫੈਲ ਜਾਂਦੇ ਆ। ਨੈਕਸਟ ਉਹਨਾਂ ਨੇ ਕਿਹਾ ਹੈਵੀਲੀ ਗਲੇਸਡ ਰੀਜਨਸ ਸਚ ਐਸ ਗ੍ਰੀਨਲੈਂਡ ਐਂਡ ਐਂਟਾਰਕਟਿਕਾ ਆਰ ਕਾਲਡ ਕੰਟੀਨੈਂਟਲ ਗਲੇਸ਼ੀਅਰਸ। ਸੋ ਹੁਣ ਦੇਖੋ ਆਪਾਂ ਜੇ ਧਿਆਨ ਦਿੱਤਾ ਜਾਵੇ, ਉਹਨਾਂ ਨੇ ਮੂਵਮੈਂਟਸ ਦੀ ਗੱਲ ਪਹਿਲੀ ਲਾਈਨ ਦੇ ਵਿੱਚ ਕਰਤੀ ਹੈ ਜੀ, ਉਸ ਤੋਂ ਬਾਅਦ ਦੂਜੀ ਲਾਈਨ ਦੇ ਵਿੱਚ ਉਹਨਾਂ ਨੇ ਕਾਹਦੀ ਕਰਤੀ ਹੈ, ਕੰਟੀਨੈਂਟਲ ਗਲੇਸ਼ੀਅਰ ਦੀ ਕੀਤੀ ਹੋਈ ਹੈ। ਇੱਥੇ ਹੁਣ ਫਿਰ ਕੀ ਹੈ, ਕਨਫਿਊਜ਼ਨ ਨੂੰ ਲੀਡ ਹੋਊਗਾ ਕਿ ਉਹਨਾਂ ਨੇ ਪਹਿਲੀ ਦੇ ਵਿੱਚ ਕੀ ਆਪਣਾ ਆਪਸ਼ਨ ਦੇ ਵਿੱਚ ਦਿੱਤਾ ਹੈ ਗਲੇਸ਼ੀਅਰ ਕੰਟੀਨੈਂਟਸ, ਸੈਕਿੰਡ ਦੇ ਆਪਾਂ ਨੂੰ ਕੀ ਦਿੱਤਾ ਹੈ ਵਾ ਗਲੇਸ਼ੀਅਰ ਮੂਵਮੈਂਟ। ਸੋ ਹੁਣ ਇੱਥੇ ਆਪਾਂ ਦੋਨੇ ਤਾਂ ਲਾ ਨਹੀਂ ਸਕਦੇ, ਮਤਲਬ ਆਪਾਂ ਨੂੰ ਦੇਖਣਾ ਪਊਗਾ ਜੀ ਕਿਹੜਾ ਆਨਸਰ ਆਊਗਾ ਆਪਣਾ। ਨੈਕਸਟ ਪੜ੍ਹਦੇ ਹਾਂ। The Greenland ice is almost 10,000 feet thick in some area। ਸੋ ਕਹਿੰਦੇ ਆ ਵੀ ਜਿਹੜੀ ਗਲੇਸ਼ੀਅਰ ਦੀ ਹੈਗੀ ਆ ਵੀ ਆਈਸ ਦੀ ਸ਼ੀਟ ਆ 10,000 ਫੀਟ ਤੋਂ ਵੀ ਜ਼ਿਆਦਾ ਮੋਟੀ ਆ, and the weight of the glacier is so heavy that much of the region has been depressed below the sea level। ਤੇ ਉਹਨਾਂ ਭਾਰ ਇੰਨਾ ਕੁ ਜ਼ਿਆਦਾ ਵੀ ਸੀ ਲੈਵਲ ਤੋਂ ਵੀ ਥੱਲੇ ਨੂੰ ਧਸੀਆਂ ਹੋਈਆਂ ਵਾ ਜੀ ਉਹ ਜਿਹੜੀ ਉਹਨਾਂ ਦਾ ਏਰੀਆ। ਨੈਕਸਟ ਆਇਓ smaller glaciers that occur at high elevation called alpine or valley glaciers। ਸੋ ਹੁਣ ਆਪਣਾ ਇੱਥੋਂ ਥਰਡ ਇੱਕ ਹੋਰ ਆਨਸਰ ਆ ਸਕਦਾ ਹੈ ਜੀ ਜੇ ਤੁਸੀਂ ਧਿਆਨ ਦਿਓਗੇ। ਉਹਨਾਂ ਨੇ ਕੀ ਲਿਖਿਆ ਸੀਗਾ ਆਪਾਂ ਨੂੰ ਟਾਈਪਸ ਆਫ ਗਲੇਸ਼ੀਅਰਸ, ਟਾਈਪਸ ਦੀ ਗੱਲ ਸ਼ੁਰੂ ਕਰਤੀ। ਹੁਣ ਆਪਾਂ ਇੱਕ ਚੀਜ਼ ਸਿੱਖੀ ਸੀਗੀ, ਉਹ ਕੀ ਸੀਗੀ, ਜਾਂ ਤਾਂ ਸਟਾਰਟਿੰਗ ਦੇ ਵਿੱਚ ਆਪਣਾ ਆਨਸਰ ਆ ਸਕਦਾ ਹੈ ਜਾਂ ਤਾਂ ਲਾਸਟ 'ਚ ਆ ਸਕਦਾ ਹੈ। ਹੁਣ ਜੇ ਆਪਾਂ ਇੱਥੇ ਕੀ ਆ ਆਈਡੀਅਲ ਲਾਈਨਸ ਪੜ੍ਹ ਕੇ ਆਪਾਂ ਸਮਝਦੇ ਹਾਂ ਕਿ ਆਪਣਾ ਆਨਸਰ ਕਿਹੜਾ ਆਊਗਾ, ਤਾਂ ਦੇਖਿਓ ਸਮਾਲ ਗਲੇਸ਼ੀਅਰ ਜਿਹੜੇ ਹੁੰਦੇ ਆ ਉਹਨਾਂ ਨੂੰ ਕੀ ਕਹਿੰਦਾ, ਅਲਪਾਈਨ ਤੇ ਜਾਂ ਫਿਰ ਵੈਲੀ ਗਲੇਸ਼ੀਅਰਸ ਕਹਿੰਦਾ। ਦੂਜਾ ਵੇ ਕੀ ਆ, ਹੁਣ ਜੇ ਆਪਾਂ ਕਲਾਸੀਫਾਈ ਕਰਨਾ ਹੈ ਗਲੇਸ਼ੀਅਰਸ ਨੂੰ, ਅਨਦਰ ਵੇ ਆਫ ਕਲਾਸੀਫਾਈਂਗ ਗਲੇਸ਼ੀਅਰ ਇਸ ਟਰਮ ਆਫ देयर ਇੰਟਰਨਲ ਟੈਂਪਰੇਚਰ। ਦੂਜੀ ਤਰ੍ਹਾਂ ਆਪਾਂ ਕਿਵੇਂ ਕਰ ਸਕਦੇ ਹਾਂ ਉਹਨਾਂ ਨੂੰ ਕਲਾਸੀਫਾਈ ਵੀ ਕਿਹੜੇ ਟਾਈਪ ਦਾ, ਉਹਨਾਂ ਦੇ ਟੈਂਪਰੇਚਰ ਦੇ ਆਧਾਰ ਦੇ ਉੱਤੇ। ਜਿਹੜੇ ਹੁੰਦੇ ਆ ਇੱਕ ਕਿਹੜੇ ਆ ਗਏ ਟੈਂਪਰੇਟ ਗਲੇਸ਼ੀਅਰਸ, ਦੂਸਰੀ ਟਾਈਪ ਆ ਗਈ, ਇਹਦੇ ਉੱਤੇ ਆਪਾਂ ਲਿਖ ਲੈਂਦੇ ਹਾਂ ਜੀ ਫਸਟ ਸੈਕਿੰਡ ਟਾਈਪ। ਉਸ ਤੋਂ ਬਾਅਦ ਕੀ ਆ ਆਇਡ ਗਲੇਸ਼ੀਅਰ ਕੀ ਹੁੰਦੇ ਉਹਨਾਂ ਨੇ ਦੱਸਿਆ ਹੈ ਦ ਆਈਸ ਵਿਦ ਇਨ ਦੀ ਗਲੇਸ਼ੀਅਰ ਇਜ਼ ਨੀਅਰ ਇਟਸ ਮੈਲਟਿੰਗ ਪੁਆਇੰਟ। ਸੋ ਉਹਨਾਂ ਨੇ ਮੈਲਟਿੰਗ ਪੁਆਇੰਟ ਵਗੈਰਾ ਦੀ ਗੱਲ ਕੀਤੀ ਹੋਈ ਆ ਪੋਲਰ ਗਲੇਸ਼ੀਅਰ। ਸੋ ਥਰਡ ਟਾਈਪ ਆਪਾਂ ਨੂੰ ਉਹਨਾਂ ਨੇ ਆ ਦੱਸਦੀ। ਇਨ ਕੰਟਰਾਸਟ ਆਲਵੇਸ ਮੇਨਟੇਨ ਟੈਂਪਰੇਚਰ ਫਾਰ ਬਿਲੋ ਮੈਲਟਿੰਗ। ਹੁਣ ਇੱਥੇ ਦੇਖੋ ਉਹਨਾਂ ਨੇ 3 ਟਾਈਪਸ ਦੱਸਤੀਆਂ ਆਪਾਂ ਨੂੰ ਗਲੇਸ਼ੀਅਰ ਦੀਆਂ ਜੀ। ਓਕੇ, ਹੁਣ ਜੇ ਆਪਾਂ ਦੇਖਿਆ ਜਾਵੇ ਮੇਨ ਆਈਡੀਆ, ਹੁਣ ਜੇ ਆਪਾਂ ਮੂਵਮੈਂਟਸ ਤੇ ਆ ਜਾਈਏ, ਪਹਿਲਾਂ ਮੂਵਮੈਂਟ ਵਾਲੀ ਸੀ ਉਹਨਾਂ ਨੇ ਪਹਿਲੀ ਲਾਈਨ 'ਚ ਦੱਸਿਆ ਹੋਇਆ ਵੀ ਆਪਣਾ ਟੌਪਿਕ ਸੈਂਟੈਂਸ, ਸੋ ਆਪਣਾ ਇਹ ਆਨਸਰ ਆ ਸਕਦਾ ਕਿ ਨਹੀਂ ਆ ਸਕਦਾ। ਉਹਨਾਂ ਨੇ ਗਲੇਸ਼ੀਅਰ ਮੂਵਮੈਂਟਸ ਦੀ ਗੱਲ ਕੀਤੀ ਹੋਈ ਆ। ਓਕੇ, ਗਲੇਸ਼ੀਅਰ ਮੂਵਮੈਂਟ ਇੱਧਰ ਦੇਖੋ ਉਹਨਾਂ ਨੇ ਕਿਹਾ ਤਾਂ ਹੈਗਾ ਉਹ ਮੂਵ ਕਰਦੇ ਆ ਵੀ ਕਿੱਥੇ ਸੀ ਵਗੈਰਾ ਦੇ ਵਿੱਚ ਕੀ ਆ, ਜਦੋਂ ਫੋਰ ਐਗਜ਼ਾਮਪਲ ਕਿ ਉਹ ਗ੍ਰੈਵਿਟੀ ਦੇ ਇਨਫਲੂਐਂਸ ਦੇ ਵਿੱਚ ਆ ਕੇ ਮੂਵ ਕਰਦੇ ਆ, ਉਹਨਾਂ ਨੇ ਇੰਨੀ ਗੱਲ ਕੀਤੀ। ਸੈਕੰਡ ਚੀਜ਼ ਉਹਨਾਂ ਨੇ ਕੀ ਕਹਿਤੀ ਆਪਾਂ ਨੂੰ ਥੱਲੇ ਆਣ ਕੇ ਕੰਟੀਨੈਂਟਸ ਦੀ ਗੱਲ ਕਰਤੀ ਜੀ, ਠੀਕ ਹੈ ਜੀ। ਹੁਣ ਥਰਡ ਚੀਜ਼ ਕੀ ਕਹਿਤੀ ਉਹਨਾਂ ਨੇ ਆਪਾਂ ਨੂੰ ਗਲੇਸ਼ੀਅਰਸ ਦੀਆਂ ਟਾਈਪ ਦੱਸਤੀਆਂ, ਸਹੀ ਹੈ। ਹੁਣ ਇਹਨਾਂ ਤਿੰਨਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਆਪਣੀ ਸਪੈਸੀਫਿਕ ਇਨਫੋਰਮੇਸ਼ਨ ਉਹਨਾਂ ਨੇ ਕੀ ਦੱਸੀ ਸੀਗੀ, ਇੱਕ ਤਾਂ ਕੰਟੀਨੈਂਟਸ ਵਾਲੀ, ਕਿਉਂਕਿ ਕੰਟੀਨੈਂਟ ਉਹਨਾਂ ਨੇ ਸਿਰਫ ਦੋ ਹੀ ਦੱਸਿਆ ਵੀ ਮਤਲਬ ਆਹ ਕੰਟੀਨੈਂਟ ਨੇ। ਉਹਨਾਂ ਦੇ ਵਿੱਚ ਹੀ ਉਹਨਾਂ ਨੇ ਇਲੈਬੋਰੇਸ਼ਨ ਦਿੱਤੀ ਹੁੰਦੀ ਵੀ ਇਹ ਕੰਟੀਨੈਂਟ ਕਿਵੇਂ ਬਣੇ ਜਾਂ ਇਦਾਂ ਦਾ ਕੋਈ ਵੀ ਉਹਨਾਂ ਨੇ ਦੱਸਿਆ ਹੁੰਦਾ, ਉਹਦੇ ਵਿੱਚ ਇਲੈਬੋਰੇਟ ਕੀਤਾ ਹੁੰਦਾ, ਫੇਰ ਕਰਕੇ ਆਪਣਾ ਇਹ ਆਨਸਰ ਆਉਣਾ ਸੀ। ਸੋ ਮਤਲਬ ਕੀ ਸੀਗਾ, ਆਪਣੀ ਸਪੈਸੀਫਿਕ ਇਨਫੋਰਮੇਸ਼ਨ ਸੀ। ਸੈਕਿੰਡ ਆਪਣੀ ਆਪਸ਼ਨ ਕੀ ਸੀ, ਗਲੇਸ਼ੀਅਰ ਮੂਵਮੈਂਟ। ਉਹਨਾਂ ਨੇ ਸਿਰਫ ਇੱਕ ਲਾਈਨ ਦੇ ਵਿੱਚ ਹੀ ਆਪਾਂ ਨੂੰ ਦੱਸਿਆ ਸੀਗਾ ਕਿ ਇਹ ਮੂਵ ਕਿਵੇਂ ਕਰਦੇ ਆ। ਉਹਨਾਂ ਨੇ ਦੱਸਿਆ ਸੀਗਾ ਕਿਵੇਂ ਗ੍ਰੈਵਿਟੀ ਦੇ ਇਨਫਲੂਐਂਸ ਦੇ ਵਿੱਚ। ਸੋ ਮੰਨ ਲਓ ਕਿ ਆਪਾਂ ਇਹਨੂੰ ਕੀ ਆ ਹੋਲਡ ਤੇ ਰੱਖ ਲੈਂਦੇ ਆ ਵੀ ਆ ਆਪਣਾ ਆਨਸਰ ਆ ਸਕਦਾ ਹੈ, ਆਪਾਂ ਇੱਥੇ ਮਾਰਕ ਕਰ ਲੈਂਦੇ ਆ। ਆਪਣਾ ਲਾਸਟ ਕੀ ਸੀਗਾ, ਟਾਈਪਸ ਆਫ ਗਲੇਸ਼ੀਅਰ। ਟਾਈਪਸ ਉਹਨਾਂ ਨੇ ਆਪਾਂ ਨੂੰ ਦੱਸੀਆਂ ਹੋਈਆਂ, ਧਿਆਨ ਦਿਓ ਉਹਨਾਂ ਨੇ ਐਸ ਵਰਡ ਯੂਜ਼ ਕੀਤਾ, ਮਤਲਬ ਇੱਕ ਤੋਂ ਜ਼ਿਆਦਾ ਟਾਈਪਸ ਹੋਣਗੀਆਂ ਗਲੇਸ਼ੀਅਰ ਦੀਆਂ। ਉਹਨਾਂ ਨੇ ਸੇਮ ਕੀ ਦੱਸਿਆ ਹੈ, 3 ਟਾਈਪਸ ਆਪਾਂ ਨੂੰ ਦੱਸੀਆਂ ਹੋਈਆਂ ਜੀ। ਸੋ ਆਪਣਾ ਆਨਸਰ ਕੀ ਆ ਸਕਦਾ ਹੈ ਜੀ ਇੱਥੋਂ ਟਾਈਪਸ ਆਫ ਗਲੇਸ਼ੀਅਰ ਏ। ਓਕੇ, ਹੁਣ ਜਿਨ੍ਹਾਂ ਨੂੰ ਕਨਫਿਊਜ਼ਨ ਆ ਕਿ ਇਹ ਜਿਹੜਾ ਕਿਉਂ ਨਹੀਂ ਆਇਆ, ਤਾਂ ਆਪਾਂ ਅੱਗੇ ਪੜ੍ਹਦੇ ਹਾਂ, ਹੋ ਸਕਦਾ ਹੋਰ ਕਿਸੇ ਪੈਸੇਜ ਦਾ ਇਹ ਆਨਸਰ ਆ ਜਾਏ। ਸੈਕਿੰਡ ਪੈਰੇ ਦੇ ਵਿੱਚ ਜਾਂਦੇ ਆ ਜੀ। ਸੈਕਿੰਡ ਪੈਰਾਗ੍ਰਾਫ ਕੀ ਆ, ਦ ਮੈਜੋਰਿਟੀ ਆਫ ਅਰਥਸ ਗਲੇਸ਼ੀਅਰ ਆਰ ਲੋਕੇਟਡ ਨੀਅਰ ਦੀ ਪੋਲਸ। ਉਹ ਕਹਿੰਦੇ ਕਾਫੀ ਸਾਰੇ ਜਿੰਨੇ ਵੀ ਗਲੇਸ਼ੀਅਰ ਹੈਗੇ ਆ ਉਹ ਕੀ ਆ ਪੋਲਸ, ਮਤਲਬ ਸਾਊਥ ਪੋਲ ਜਾਂ ਨਾਰਥ ਪੋਲ ਦੇ ਉੱਤੇ ਪ੍ਰੈਜ਼ੈਂਟ ਆ। ਦੋ ਗਲੇਸ਼ੀਅਰ ਐਗਜ਼ਿਸਟ ਇਨ ਆਲ ਕੰਟੀਨੈਂਟਸ ਇਨਕਲੂਡਿੰਗ ਅਫਰੀਕਾ ਐਂਡ ਓਸ਼ੀਆਨਾ। ਉਹ ਕਹਿੰਦੇ ਆ ਵੀ ਬੇਸ਼ੱਕ ਦੇ ਜਿਹੜੇ ਹੈਗੇ ਆ ਗਲੇਸ਼ੀਅਰ ਆ ਐਗਜ਼ਿਸਟ ਕਰਦੇ ਆ ਕਿੱਥੇ, ਅਫਰੀਕਾ ਹੋ ਗਿਆ ਜਾਂ ਓਸ਼ੀਆਨਾ ਵਗੈਰਾ ਦੇ ਵਿੱਚ ਹੋ ਗਿਆ, ਉੱਥੇ ਐਗਜ਼ਿਸਟ ਕਰਦੇ ਆ। ਉਸ ਤੋਂ ਬਾਅਦ ਕੀ ਕਹਿੰਦੇ ਆ, ਦ ਰੀਸਨ ਗਲੇਸ਼ੀਅਰ ਆਰ ਜਨਰਲੀ ਫਾਰਮਡ ਇਨ ਹਾਈ ਅਲਪਾਈਨ ਰੀਜਨ। ਮੈਂ ਕਿਹਾ ਵੀ ਆ ਜਿਹੜੇ ਫਾਰਮਡ ਵਰਡ ਯੂਜ਼ ਕਰਤਾ, ਉਹ ਕਹਿੰਦੇ ਆ ਵੀ ਜਿਹੜੇ ਕਾਫੀ ਸਾਰੇ ਹੁਣ ਗਲੇਸ਼ੀਅਰ ਆ ਵੀ ਕਿੱਥੇ ਹੁਣ ਹੁੰਦੇ ਆ ਜਨਰਲੀ, ਮਤਲਬ ਕਾਮਨਲੀ ਕਿੱਥੇ ਫਾਰਮ ਹੁੰਦੇ ਆ, ਹਾਈ ਅਲਪਾਈਨ। ਅਲਪਾਈਨ ਦਾ ਮਤਲਬ ਕੀ ਹੁੰਦਾ, ਮਾਊਂਟਨ ਰੀਜਨਸ ਦੇ ਵਿੱਚ ਕੀ ਆ ਫਾਰਮ ਹੁੰਦੇ ਆ। ਇਸ ਦੈਟ ਦੇ ਰਿਕੁਆਇਰ ਕੋਲਡ ਟੈਂਪਰੇਚਰ ਥਰੂ ਆਊਟ ਦੀ ਈਅਰ। ਹੁਣ ਆਪਾਂ ਨੂੰ ਪਤਾ ਹੈ ਜੀ ਮਾਊਂਟਨਸ ਵਗੈਰਾ ਦੇ ਉੱਤੇ ਕੀ ਹੁੰਦਾ ਹੈ, ਠੰਡਾ ਟੈਂਪਰੇਚਰ ਹੁੰਦਾ ਹੈ, ਠੀਕ ਹੈ ਜੀ। ਉਹੀ ਉਹਨਾਂ ਨੇ ਕਿਹਾ ਵੀ ਕੋਲਡ ਟੈਂਪਰੇਚਰ ਉਹਨਾਂ ਨੂੰ ਚਾਹੀਦਾ, ਤਾਂ ਕਰਕੇ ਉਹ ਜ਼ਿਆਦਾਤਰ ਮਾਊਂਟਨਸ ਵਗੈਰਾ ਦੇ ਨੇੜੇ ਤੇੜੇ ਬਣਦੇ ਆ। ਇਨ ਥੀਸ ਏਰੀਆਸ ਵੇਅਰ ਦੇयर ਇਜ਼ ਲਿਟਲ ਓਪਰਚੁਨਿਟੀ ਫॉर ਸਮਰ ਐਲਬੇਸ਼ਨ। ਐਲਬੇਸ਼ਨ ਦਾ ਮਤਲਬ ਉਹਨਾਂ ਨੇ ਆਪਾਂ ਨੂੰ ਦਿੱਤਾ ਹੈ ਲਾਸ ਆਫ weight। ਲਾਸ ਆਫ weight ਮਤਲਬ ਸਮਰ ਦੇ ਵਿੱਚ ਉਹ ਖੋਰੇ ਆਉਂਦੇ ਆ। ਸਨੋ ਚੇਂਜਸ ਟੂ ਕੰਪੈਕਟ ਫਰੋਮ, ਕੰਪੈਕਟ ਦਾ ਮਤਲਬ ਹੁੰਦਾ ਹੈ ਜੀ ਕੋਈ ਚੀਜ਼ ਬਹੁਤ ਹੀ ਟਾਈਟਲੀ ਪੈਕ ਹੋਵੇ, ਫਰੋਮ ਦੈਨ ਕ੍ਰਿਸਟਲ ਆਈਸ। ਸੋ ਉਹਨਾਂ ਨੇ ਦੱਸਿਆ ਹੈ ਵੀ ਉਹ ਕੀ ਆ, ਪਹਿਲਾਂ ਕੀ ਆ ਚੇਂਜ ਕਰ ਆਉਂਦੀ ਆ। ਸਨੋ ਕੀ ਆ, ਪਹਿਲਾਂ ਕੰਪੈਕਟ ਮਤਲਬ ਇੱਕ ਦੂਜੇ ਨਾਲ ਵੀ ਪੈਕ ਹੋਈ ਹੁੰਦੀ ਆ, ਉਸ ਤੋਂ ਬਾਅਦ ਕੀ ਆਉਂਦੇ ਕੀ ਹੋ ਜਾਂਦਾ ਕ੍ਰਿਸਟਲ ਆਈਸ ਦੇ ਵਿੱਚ ਹੋ ਜਾਂਦੀ ਕਨਵਰਟ।
during periods in which melting and evaporation exceed the amount of snowfall ਦੀ exceed ਕਰ ਦਿੰਦੀ ਮਤਲਬ ਵਧਾ ਦਿੰਦੀ ਹੈ amount glacier will retreat ਦਾ ਮਤਲਬ ਹੁੰਦਾ ਪਿੱਛੇ ਮੋੜ ਆਣਾ rather than progress ਉਹ ਕੀ ਆ ਪਿੱਛੇ ਮੋੜ ਆਉਂਦੇ ਆ ਜਿਹੜੇ ਗਲੇਸ਼ੀਅਰ ਹੁੰਦੇ ਆ ਮਤਲਬ ਗਾਂਹ ਨਹੀਂ ਵੱਧਦੇਗੇ while glacier rely heavily on snowfall and other climate conditions including freezing rain ਅੱਗੇ ਐਵਲਾਂਚਿਸ ਐਂਡ ਵਿੰਡ ਕੰਟਰੀਬਿਊਟਿੰਗ ਟੂ ਇਟਸ ਗਰੋਥ ਹੁਣ ਉਹਨਾਂ ਨੇ ਗਰੋਥ ਦੀ ਵੀ ਗੱਲ ਕਰਤੀ ਹੁਣ ਆਪਾਂ ਨੂੰ ਜੇ ਮੰਨ ਲਓ ਕਿ ਇੱਥੋਂ ਕਿਸੇ ਨੂੰ ਨਹੀਂ ਸਮਝ ਲੱਗਾ ਕਿ ਆਪਣਾ ਆਨਸਰ ਕਿਹੜਾ ਆ ਸਕਦਾ ਤਾਂ ਆਪਾਂ ਇੱਕ ਵਾਰੀ ਧਿਆਨ ਦਈਏ ਇੱਧਰ ਉਹਨਾਂ ਨੇ ਆਪਾਂ ਨੂੰ ਇੱਕ ਆਪਸ਼ਨ ਦਿੱਤੀ ਸੀ ਉਹ ਹੈਗੀ ਸੀਗੀ ਫਾਰਮੇਸ਼ਨ ਵਾਲੀ ਸੋ ਉਹਨਾਂ ਨੇ ਦਿੱਤਾ ਹੋਇਆ ਸੀਗਾ ਆਪਾਂ ਨੂੰ ਫਰਸਟ ਕੀ ਸੀਗਾ ਗਲੇਸ਼ੀਅਰ ਕੰਟੀਨੈਂਟ ਓਕੇ ਸੈਕੰਡ ਕੀ ਸੀਗਾ ਫਾਰਮੇਸ਼ਨ ਐਂਡ ਗਰੋਥ ਫਾਰਮੇਸ਼ਨ ਉਹਨਾਂ ਨੇ ਕਿੱਥੇ ਵਰਡ ਯੂਜ਼ ਕੀਤਾ ਹੋਇਆ ਹੈ ਜੀ ਫਾਰਮਡ ਮਤਲਬ ਕਿਵੇਂ ਬਣਦੇ ਆ ਗਰੋਥ ਦੀ ਗੱਲ ਹੈਗੀ ਜੀ ਗਰੋਥ ਉਹਨਾਂ ਨੇ ਆ ਲਿਖਿਆ ਹੋਇਆ ਗਰੋਥ ਕੀ ਸੀਗਾ ਆਪਣੀ ਉਹ ਕਹਿੰਦੇ ਗਰੋਥ ਵੀ ਹੁੰਦੀ ਹੈ ਠੀਕ ਹੈ ਜੀ ਗਲੇਸ਼ੀਅਰ ਦੀ ਗਰੋਥ ਤੇ ਫਾਰਮੇਸ਼ਨ ਕਿਵੇਂ ਹੁੰਦੀ ਹੈ ਅੱਗੇ ਵੀ ਪੜ੍ਹ ਲੈਂਦੇ ਆ 1 year of below average precipitation can stung the growth ਫਿਰ ਉਹਨਾਂ ਨੇ ਗਰੋਥ ਕਹਤਾ ਜੀ ਗਰੋਥ ਕੀ ਆ ਉਹਨੂੰ ਵਧਾ ਦਿੰਦੀ ਆ with the rare exception of surging glacier a common glacier flow about ਹੁਣ ਉਹਨਾਂ ਨੇ ਕੀ ਕਹਤਾ ਇੱਥੇ ਫਲੋ ਦੀ ਗੱਲ ਕਰਤੀ ਉਹ ਕਹਿੰਦੇ ਆ ਵੀ ਵਾਧਾ ਵਾ ਅੱਗੇ ਨੂੰ ਕਿੰਨਾ 10 ਇੰਚ ਵਾਧਾ ਵਾ ਪਰ ਡੇ ਸਮਰ ਦੇ ਵਿੱਚ 5 ਇੰਚ ਵਾਧਾ ਵਾ ਕਿੱਥੇ ਜੀ ਵਿੰਟਰ ਦੇ ਵਿੱਚ ਫਾਸਟ ਕੀ ਆ ਕਹਿੰਦੇ ਦਾ ਫਾਸਟੈਸਟ ਗਲੇਸ਼ੀਅਰ ਸਰਜ ਔਨ ਰਿਕਾਰਡਡ occurred in 1953 when the ਸੋਆਇਡ ਗਲੇਸ਼ੀਅਰ ਉਹਨਾਂ ਨੇ ਨਾਮ ਦਿੱਤਾ ਹੋਇਆ ਜੀ ਕਿੱਥੇ ਸੀਗਾ ਪਾਕਿਸਤਾਨ ਦੇ ਵਿੱਚ ਗਰੋ ਹੋਇਆ ਕਿੰਨਾ 12 ਕਿਲੋਮੀਟਰ ਤੱਕ ਠੀਕ ਹੈ ਜੀ ਇੰਨਾ ਗਰੋ ਵਗੈਰਾ ਹੋਇਆ ਸੋ ਉਹਨਾਂ ਨੇ ਇੱਥੇ ਫੇਰ ਆਪਾਂ ਨੂੰ ਕੀ ਹੈ ਗਰੋਥ ਦੀ ਗੱਲ ਕਰਤੀ ਓਕੇ ਜੀ ਹੁਣ ਇੱਥੇ ਦੇਖੋ ਜੇ ਕਿਸੇ ਸਟੂਡੈਂਟ ਨੂੰ ਫੇਰ ਇੱਥੇ ਕਨਫਿਊਜ਼ਨ ਆ ਗਈ ਇੱਥੇ ਉਹਨਾਂ ਨੇ ਕਾਹਦੀ ਆ ਮੂਵਮੈਂਟ ਦੀ ਗੱਲ ਕੀਤੀ ਹੋਈ ਆ ਆਪਣਾ ਮੂਵਮੈਂਟ ਆਨਸਰ ਕਿਉਂ ਨਹੀਂ ਆਊਗਾ ਆਪਣਾ ਮੂਵਮੈਂਟ ਵਾਲਾ ਸੀਗਾ ਜੀ ਓਕੇ ਮੂਵਮੈਂਟ ਵਾਲਾ ਕਿਉਂ ਨਹੀਂ ਆਊਗਾ ਕਿਉਂਕਿ ਹੁਣ ਇੱਥੇ ਫੇਰ ਸੀਗਾ ਕੀ ਸੀਗੀ ਸਪੈਸੀਫਿਕ ਇਨਫੋਰਮੇਸ਼ਨ ਸੀਗੀ ਨਾ ਕਿ ਆਪਣਾ ਮੇਨ ਆਈਡੀਆ ਸੀਗਾ ਜੇ ਤੁਸੀਂ ਆਈਟੀਬੀ ਦੀ ਅਫੀਸ਼ੀਅਲ ਵੈਬਸਾਈਟ ਖੋਲ ਕੇ ਦੇਖੋਗੇ ਉਹਨਾਂ ਨੇ ਆਪਾਂ ਨੂੰ ਕੀ ਕ੍ਰਾਈਟੇਰੀਆ ਦੱਸਿਆ ਹੁੰਦਾ ਹੈ ਜੀ ਫੋਰ ਐਗਜ਼ਾਮਪਲ ਫਰਸਟ ਸਟੈਪ ਕੀ ਦੱਸਦੇ ਆ ਇੱਕ ਪੈਰਾਗ੍ਰਾਫਿੰਗ ਕਹਿ ਹੁੰਦਾ ਹੈ ਜੀ ਕਨਸੈਪਟ ਪੈਰਾਗ੍ਰਾਫਿੰਗ ਕੀ ਹੁੰਦਾ ਹੈ ਆਪਾਂ ਸਾਰਾ ਪੈਰਾਗ੍ਰਾਫ ਹੁਣ ਪੜ੍ਹ ਕੇ ਆਏ ਹਾਂ ਓਕੇ ਪੈਰਾਗ੍ਰਾਫਿੰਗ ਦਾ ਮਤਲਬ ਕਿ ਜੋ ਵੀ ਆਪਾਂ ਪੜ੍ਹਿਆ ਵਾ ਆਪਾਂ ਉਹਨੂੰ ਆਪਣੀ ਲੈਂਗੁਏਜ ਦੇ ਵਿੱਚ ਉਹਦਾ ਸਾਰ ਕੱਢ ਦੇਣਾ ਮਤਲਬ ਆਪਣਾ ਹੈਡਿੰਗ ਇੱਕ ਬਣਾ ਦੇਣਾ ਹੈ ਸੋ ਜੇ ਆਪਾਂ ਇੱਕ ਹੈਡਿੰਗ ਬਣਾਈਏ ਤਾਂ ਉਹਦੇ ਵਿੱਚ ਕੀ ਆਊਗਾ ਪਹਿਲਾਂ ਉਹਨਾਂ ਨੇ ਫਾਰਮੇਸ਼ਨ ਕਹਿਤਾ ਦੂਜਾ ਕੀ ਸੀਗਾ ਉਹਦਾ ਕੀ ਆ ਵੀ ਮਾਸ ਵਗੈਰਾ ਕੀ ਆ ਘਟ ਜਾਂਦਾ ਵਾ ਕਿਹੜੀ ਗੱਲੋਂ ਗਰਮੀ ਵਗੈਰਾ ਦੇ ਕਰਕੇ ਤਾਂ ਕਰਕੇ ਕੀ ਆ ਉਹ ਹਾਈ ਅਲਪਾਈਨ ਰੀਜਨ ਦੇ ਵਿੱਚ ਜਾਂਦੇ ਆ ਕਿ ਤਾਂ ਕਿ ਇਹ ਨਾ ਹੋਵੇ ਨੈਕਸਟ ਉਹਨਾਂ ਨੇ ਗਰੋਥ ਦੀ ਗੱਲ ਕਰਤੀ ਉਸ ਤੋਂ ਬਾਅਦ ਕੀ ਸੀਗਾ ਇੱਥੇ ਉਹਨਾਂ ਨੇ ਫੇਰ ਗਰੋ ਵਗੈਰਾ ਕਹਿਤਾ ਮਤਲਬ ਆਪਣਾ ਜ਼ਿਆਦਾ ਹੁਣ ਕੀ ਸੀਗਾ ਮੈਜੋਰਿਟੀ ਆਫ ਸੈਂਟੈਂਸਸ ਦੇ ਵਿੱਚ ਆਪਾਂ ਨੂੰ ਕੀ ਕਹਿੰਦੇ ਆ ਉਹਦੀ ਗਰੋਥ ਵਗੈਰਾ ਦੀ ਗੱਲ ਕਰਨ ਦਾ ਜਾਂ ਫਾਰਮੇਸ਼ਨ ਦੀ ਗੱਲ ਕਰਨ ਦਾ ਸੋ ਆਪਣਾ ਆਨਸਰ ਕੀ ਆ ਜਾਊਗਾ ਜੀ ਇੱਥੋਂ ਬੀ ਕਿਹੜੇ ਦਾ ਆਊਗਾ ਜੀ ਸੋ ਗਲੇਸ਼ੀਅਰ ਮੂਵਮੈਂਟ ਸੌਰੀ ਫਾਰਮੇਸ਼ਨ ਐਂਡ ਗਰੋਥ ਗਲੇਸ਼ੀਅਰ ਓਕੇ ਥਰਡ ਪੈਸੇਜ ਦੇ ਉੱਤੇ ਮੂਵ ਕਰਦੇ ਆ ਸੋ ਥਰਡ ਕੀ ਹੈ ਦ weight ਐਂਡ ਪ੍ਰੈਸ਼ਰ ਆਫ ਆਈਸ ਅਕਮੂਲੇਟਡ ਕ੍ਰੋਸਿਸ ਗਲੇਸ਼ੀਅਰ ਮੂਵਮੈਂਟ ਸੋ ਉਹਨਾਂ ਨੇ ਪਹਿਲੀ ਲਾਈਨ ਦੇ ਵਿੱਚ ਹੀ ਆਪਾਂ ਨੂੰ ਗਲੇਸ਼ੀਅਰ ਮੂਵਮੈਂਟ ਦੀ ਗੱਲ ਕਰਤੀ ਉਹ ਕਹਿੰਦੇ ਗਲੇਸ਼ੀਅਰ ਮੂਵਮੈਂਟ ਕਿਵੇਂ ਹੁੰਦੀ ਹੈ ਗਲੇਸ਼ੀਅਰ ਮੂਵ ਆਊਟ from under themselves via plastic deformation ਕੀ ਹੁੰਦਾ ਹੈ ਕਿਸੇ ਚੀਜ਼ ਦੀ ਸਟਰਕਚਰ ਦਾ ਚੇਂਜ ਹੋ ਜਾਣਾ ਜਾਂ ਫਿਰ ਬੇਜ਼ਾਲ ਸਲਿਪਰੇਜ ਹੁਣ ਇੱਕ ਚੀਜ਼ ਹੁੰਦੀ ਹੈ ਜੀ ਰੀਡਿੰਗ ਦੇ ਵਿੱਚ ਉਹ ਕੀ ਹੁੰਦੀ ਆ ਵੋਕੈਬਲਰੀ ਜਿਹੜੇ ਬੱਚੇ ਦੀ ਸਟਰੋਂਗ ਆ ਉਹਨੇ ਕੀ ਆ ਇੱਥੋਂ ਵੇਖ ਕੇ ਆਨਸਰ ਲਾ ਦੇਣਾ ਇਹਦਾ ਮਤਲਬ ਕੀ ਹੁੰਦਾ ਵਾ ਉਹ ਮੂਵ ਵਗੈਰਾ ਕਿਵੇਂ ਕਰਦੇ ਆ ਜਾਂ ਫਿਰ ਉਹ ਅੱਗੇ ਕਿਵੇਂ ਵਧਦੇ ਆ ਇਹਦਾ ਮੀਨਿੰਗ ਇਹ ਹੁੰਦਾ ਹੈ ਠੀਕ ਹੈ ਜੀ ਪਹਿਲੀ ਲਾਈਨ 'ਚ ਵੀ ਉਹਨਾਂ ਨੇ ਮੂਵਮੈਂਟ ਕਰਤਾ ਸੈਕੰਡ ਲਾਈਨ 'ਚ ਵੀ ਉਹਨਾਂ ਨੇ ਮੂਵਮੈਂਟ ਦੀ ਗੱਲ ਕਰਤੀ First, the initial flow in ice crystal began to spread outward and downward from the thickened snow pack, also known as the zone of accumulation. ਸੋ ਉਹਨਾਂ ਨੇ ਜ਼ੋਨ ਆਫ ਅਕਮੂਲੇਸ਼ਨ ਵਗੈਰਾ ਦੱਸਿਆ ਆਪਾਂ ਨੂੰ ਕੀ ਹੁੰਦਾ ਹੈ ਸੋ ਆਪਣਾ ਜ਼ੋਨ ਆਫ ਅਕਮੂਲੇਸ਼ਨ ਤੇ ਘੱਟ ਧਿਆਨ ਜਾਣਾ ਚਾਹੀਦਾ ਮੇਨ ਧਿਆਨ ਕਾਹਦੇ ਜਾਣਾ ਚਾਹੀਦਾ ਇੰਟਰਨਲ ਫਲੋ ਆਫ ਆਈਸ ਮਤਲਬ ਫਿਰ ਅੱਗੇ ਆਈਸ ਵਗੈਰਾ ਵਧਣ ਦੀ ਗੱਲ ਕਰਤੀ ਨੈਕਸਟ ਦ ਆਈਸ ਅਲੋਂਗ ਦੀ ਗਰਾਊਂਡ ਸਰਫੇਸ ਬਿਗਨ ਟੂ ਸਲਿਪ ਮਤਲਬ ਗਾਂ ਨੂੰ ਕੀ ਆ ਅੱਗੇ ਨੂੰ ਸਲਿਪ ਹੋ ਜਾਂਦੀ ਆ ਦਾ ਸੇਮ ਡਾਇਰੈਕਸ਼ਨ seasonal thawing at base of glacier help to facilitate this slippage ਕਹਿੰਦੇ ਆ ਵੀ ਜਦੋਂ ਹੁਣ ਸੀਜ਼ਨ ਵਗੈਰਾ ਚੇਂਜ ਹੁੰਦੇ ਆ ਸੀਜ਼ਨ ਦੇ ਅਕੋਰਡਿੰਗਲੀ ਕੀ ਆ ਸਲਿਪਰੇਜ ਮਤਲਬ ਫੇਰ ਕੀ ਆ ਗਲੇਸ਼ੀਅਰ ਗਾਂ ਨੂੰ ਵੱਧਦੇ ਆ ਜਾਂ ਫਿਰ ਪਿੱਛੇ ਨੂੰ ਵੱਧਦੇ ਆ ਸੋ ਉਹਨਾਂ ਨੇ ਮੂਵਮੈਂਟ ਦੀ ਗੱਲ ਕੀਤੀ ਹੋਈ ਆ ਦਾ ਮਿਡਲ ਆਫ ਦੀ ਗਲੇਸ਼ੀਅਰ ਮੂਵ ਫਾਸਟਰ ਹੁਣ ਜਿਹੜਾ ਮਿਡਲ ਆ ਫੋਰ ਐਗਜ਼ਾਮਪਲ ਕੀ ਆ ਗਲੇਸ਼ੀਅਰ ਹੈ ਠੀਕ ਹੈ ਜੀ ਉਹਦਾ ਜਿਹੜਾ ਮਿਡਲ ਪਾਰਟ ਹੈ ਉਹ ਕੀ ਆ ਜ਼ਿਆਦਾ ਛੇਤੀ ਮੂਵ ਕਰੂਗਾ ਸਾਈਡਸ ਤੇ ਬਾਟਮ ਕੀ ਆ ਉਹਦੇ ਨਾਲ ਦੀ ਨਾਲ ਵੀ ਸਾਈਡਸ ਤੇ ਬਾਟਮ ਤੋਂ ਜ਼ਿਆਦਾ ਕੀ ਆ ਉਹ ਕਹਿੰਦਾ ਵੀ ਉਹ ਜ਼ਿਆਦਾ ਘੱਟ ਵੀ ਮੂਵ ਕਰਨਗੇ ਕਾਹਦੇ ਨਾਲੋਂ ਉਹਦੇ ਸੌਰੀ ਮਿਡਲ ਦੇ ਨਾਲੋਂ ਨੈਕਸਟ ਕੀ ਆ ਬਿਕੋਜ਼ देयर इज नो ਰੌਕ ਟੂ ਕਾਜ਼ ਫ੍ਰਿਕਸ਼ਨ ਕਿਹੜੀ ਗੱਲੋਂ ਕਿਉਂਕਿ ਉੱਥੇ ਕੋਈ ਵੀ ਫ੍ਰਿਕਸ਼ਨ ਵਗੈਰਾ ਦੇ ਲਈ ਵੀ ਲਾ ਲਓ ਫ੍ਰਿਕਸ਼ਨ ਕੀ ਹੁੰਦੀ ਆ ਵੀ ਜਿਹੜੀ ਚੀਜ਼ ਆਪਾਂ ਨੂੰ ਸਲੋ ਕਰਦੀ ਹੈ ਗਾਂ ਵਧਣ ਦੇ ਵਿੱਚ ਉਹ ਕਹਿੰਦੇ ਉੱਥੇ ਕੋਈ ਵੀ ਰੌਕ ਵਗੈਰਾ ਨਹੀਂ ਹੁੰਦਾ ਜਿਹੜਾ ਇਹਨੂੰ ਸਲੋ ਡਾਊਨ ਕਰਦੇ ਦ ਅਪਰ ਪਾਰਟ ਆਫ ਦੀ ਗਲੇਸ਼ੀਅਰ ਰਾਈਡਸ ਔਨ ਦੀ ਆਈਸ ਬਲੋ ਜਿਹੜਾ ਅਪਰ ਪਾਰਟ ਹੈ ਠੀਕ ਹੈ ਜੀ ਉਹਦੀ ਗੱਲ ਕੀਤੀ ਹੋਈ ਆ as glacier moves ਹੁਣ ਇੱਥੇ ਫਿਰ moves ਦੀ ਗੱਲ ਕਰਤੀ ਠੀਕ ਹੈ ਜੀ craves out of U-shaped valley similar to river beds but with much steeper walls and a flattened bottom flattened ਮਤਲਬ ਪੂਰਾ ਪੱਧਰਾ ਹੋਵੇ steep ਦਾ ਮਤਲਬ for example ਕੀ ਹੈ ਚਟਾਨ ਜੀ ਬਣੀ ਹੋਵੇ ਉਹਨੂੰ ਕਿਹਾ ਜਾਊਗਾ ਓਕੇ
ਹੁਣ ਇਹਦੇ ਵਿੱਚ ਫਿਰ ਆਪਾਂ ਮੈਜੋਰਿਟੀ ਆਫ ਸੈਂਟੈਂਸਿਸ ਦੇਖਿਆ ਜਾਵੇ ਉਹਨਾਂ ਨੇ ਮੂਵਮੈਂਟਸ ਵਗੈਰਾ ਦੀ ਗੱਲ ਕੀਤੀ ਹੋਈ ਹੈ ਜੀ, ਫਸਟ ਸੈਕਿੰਡ ਥਰਡ। ਸੋ ਇੱਥੇ ਵੀ ਉਹਨਾਂ ਨੇ ਕਿਸੇ ਦਾ ਡਾਇਰੈਕਸ਼ਨ ਵਗੈਰਾ ਦੀ ਗੱਲ ਕੀਤੀ ਹੈ ਵੀ ਸੇਮ ਡਾਇਰੈਕਸ਼ਨ ਦੇ ਵਿੱਚ ਸਲਿੱਪ ਹੁੰਦੇ ਆ, ਸਲਿਪਰੇਜ ਹੋ ਗਿਆ, ਉਹ ਕਹਿੰਦੇ ਕੋਈ ਵੀ ਰੌਕ ਨਹੀਂ ਹੁੰਦਾ ਤਾਂ ਕਰਕੇ ਕੋਈ ਵੀ ਫ੍ਰਿਕਸ਼ਨ ਨਹੀਂ ਹੁੰਦਾ, ਜਿਹਦੇ ਕਰਕੇ ਗਾਂ ਵਧੀਆ ਤਰੀਕੇ ਨਾਲ ਕੀ ਆ ਫਾਸਟ ਮੂਵ ਕਰਦੇ ਆ। ਸੋ ਇੱਥੋਂ ਆਪਾਂ ਨੂੰ ਕਲੈਰਿਟੀ ਆ ਜਾਊਗੀ ਕਿ ਆਪਣਾ ਆਨਸਰ ਕਿਹੜਾ ਆਊਗਾ। ਸੋ ਆਪਣਾ ਆਨਸਰ ਕੀ ਸੀਗਾ, ਥਰਡ, ਜਿਹੜਾ ਆਪਾਂ ਕੀ ਸੀਗਾ ਹੋਲਡ ਤੇ ਰੱਖਿਆ ਸੀਗਾ। ਹੁਣ ਇੱਥੇ ਸੇਮ ਕੀ ਚੀਜ਼ ਆ ਗਈ, ਕਈ ਵਾਰੀ ਕੀ ਹੁੰਦਾ ਹੈ ਦੋ ਤਿੰਨ ਆਪਸ਼ਨਸ ਆਪਾਂ ਨੂੰ ਲੱਗਦੀਆਂ ਹੁੰਦੀਆਂ ਨੇ ਵੀ ਸੇਮ ਇਸੇ ਪੈਰਾਗ੍ਰਾਫ ਦੀਆਂ ਆਉਣਗੀਆਂ, ਜਿਵੇਂ ਆਪਣਾ ਕੇਸ ਏ ਪੈਰਾਗ੍ਰਾਫ 'ਚ ਹੋਇਆ ਸੀਗਾ। ਹੁਣ ਜਿਵੇਂ ਜਿਵੇਂ ਆਪਾਂ ਗਾਂ ਵਧੇ ਆਪਾਂ ਨੂੰ ਪਤਾ ਲੱਗ ਗਿਆ ਵੀ ਇਹਦਾ ਆਨਸਰ ਆਹੀ ਆਊਗਾ ਤੇ ਉਹਦਾ ਆਨਸਰ ਦੂਸਰਾ ਆਊਗਾ। ਸੋ ਇਦਾਂ ਕਰਕੇ ਕੀ ਆ ਕਲੈਰਿਟੀ ਆ ਜਾਊਗੀ। ਸਾਰਾ ਪੜ੍ਹਨਾ ਹੈ ਮਤਲਬ ਕੀ ਆ ਆਪਾਂ ਸਮਝਣਾ ਸਾਰਾ ਕੁਝ ਹੁੰਦਾ ਹੈ, ਬਟ ਕੀ ਹੈ ਕੁਛ ਨਾ ਕੁਛ ਸਕਿਮ ਕਰ ਸਕਦੇ ਆ, ਬਟ ਸਕਿਪ ਨਹੀਂ ਕਰਨਾ, ਥੋੜਾ ਜਿਹਾ ਫਰਕ ਹੋਊਗਾ ਸਕਿਮ ਅਤੇ ਸਕਿਪ ਕਰਨ ਦੇ ਵਿੱਚ। ਸੋ ਆਪਾਂ ਕੀ ਹੈ ਡਿਫਰੈਂਸ ਪਤਾ ਕਰਨਾ। ਨੈਕਸਟ ਆ ਜਾਂਦੇ ਆ ਜੀ ਡੀ ਪੈਰਾਗ੍ਰਾਫ ਦੇ ਉੱਤੇ। Besides the extraordinary river of ice, glacier erosion create other unique physical features in the landscape। ਸੋ ਆਪਾਂ ਇੱਕ ਆਪਸ਼ਨ ਪੜ੍ਹੀ ਸੀਗੀ ਜੀ ਲੈਂਡਸਕੇਪ ਵਾਲੀ। ਸਭ ਤੋਂ ਪਹਿਲਾਂ ਕੁਐਸਚਨ ਪੜ੍ਹਨ ਦਾ ਆਪਣਾ ਮੋਟਿਵ ਕੀ ਹੁੰਦਾ ਹੈ ਜੀ ਕਿ ਜੇ ਆਪਾਂ ਕੋਈ ਵੀ ਲਾਈਨ ਪੜਾਂਗੇ ਪੈਸੇਜ ਦੇ ਵਿੱਚ ਆ ਕੇ ਕੁਐਸਚਨਸ ਤੋਂ ਬਾਅਦ ਤਾਂ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਆਪਾਂ ਜਿਹੜੀ ਲਾਈਨ ਦੇ ਵਿੱਚੋਂ ਕੀ ਹੈ ਗੋ ਥਰੂ ਹੋ ਆਏ ਆ, ਮਤਲਬ ਆਪਾਂ ਨੂੰ ਪੜ੍ਹੀ ਹੋਈ ਆ ਉਹ ਚੀਜ਼। ਫੋਰ ਐਗਜ਼ਾਮਪਲ ਆਪਾਂ ਲੈਂਡਸਕੇਪ ਵਰਡ ਇੱਕ ਹੀ ਪੜਿਆ ਤਾਂ ਆਪਣਾ ਕੀ ਸੀਗਾ ਇੱਥੇ ਲੈਂਡਸਕੇਪ ਵਾਲੇ ਆਪਸ਼ਨ ਪਾਈਏ। ਗਲੇਸ਼ੀਅਰ ਦਾ ਇਫੈਕਟ ਕਾਹਦੇ ਉੱਤੇ ਪੈਂਦਾ, ਲੈਂਡਸਕੇਪ ਦੇ ਉੱਤੇ। ਉਹੀ ਉਹਨਾਂ ਨੇ ਕਿਹਾ ਸੀਗਾ ਗਲੇਸ਼ੀਅਰ ਇਰੋਜ਼ਨ ਵਗੈਰਾ ਹੋਣ ਦੇ ਕਰਕੇ ਕੀ ਆ ਕ੍ਰੀਏਟ ਹੋ ਜਾਂਦੇ ਆ ਯੂਨੀਕ ਫੀਚਰ ਕਾਹਦੇ ਵਿੱਚ, ਲੈਂਡਸਕੇਪ ਦੇ ਵਿੱਚ। ਨਾਮ ਕੀ ਦਿੱਤੇ ਆ, ਫਸਟ ਹਾਰਨ, ਦੂਜਾ ਫਜ਼ੋਰਟਸ, ਹੈਂਗਿੰਗ ਵੈਲੀ, ਲਾਸਟ ਕੀ ਹੈ ਜੀ ਆ ਦਿੱਤਾ ਹੈ। ਓਕੇ, ਸੋ ਉਹਨਾਂ ਨੇ 4-5 ਤਰ੍ਹਾਂ ਦੇ ਆਪਾਂ ਨੂੰ ਕੀ ਦੱਸਦੇ ਹੋਏ ਆ ਵੀ ਉਹਨਾਂ ਦੇ ਉੱਤੇ ਇਫੈਕਟ ਕੀ ਪੈਂਦਾ ਹੈ। ਹੁਣ ਅੱਗੇ ਦੇਖਦੇ ਆ ਕੀ ਕਹਿੰਦੇ ਆ। ਮੋਸਟ ਆਫ ਥੀਸ ਲੈਂਡਫਾਰਮਸ ਡੂ ਨਾਟ ਬਿਕਮ ਵਿਜ਼ੀਬਲ ਅੰਟਿਲ ਆਫਟਰ ਅ ਗਲੇਸ਼ੀਅਰ ਹੈਜ਼ ਰਿਸੀਡਡ, ਮੈਨੀ ਆਰ ਕ੍ਰੀਏਟਡ ਬਾय ਮੋਰਾਂਸ। ਸੋ ਆ ਜਿਹੜਾ ਵਰਡ ਉਹਨਾਂ ਨੇ ਦਿੱਤਾ ਹੈ ਅੱਗੇ ਉਹਨਾਂ ਨੇ ਡੈਫੀਨੇਸ਼ਨ ਦਿੱਤੀ ਐਡੀਸ਼ਨਲ ਇਨਫੋਰਮੇਸ਼ਨ ਦੇ ਵਿੱਚ ਵਾਲਾ ਸੈਂਟੈਂਸ ਆਪਾਂ ਨੂੰ ਕੀ ਐਡੀਸ਼ਨਲ ਇਨਫੋਰਮੇਸ਼ਨ ਦੱਸਦਾ ਹੈ ਵਿਚ ਅਕਰ ਐਟ ਸਾਈਡਸ ਐਂਡ ਫਰੰਟ ਆਫ ਦੀ ਗਲੇਸ਼ੀਅਰ। ਆ ਜਿਹੜੀ ਚੀਜ਼ ਕਦੋਂ ਬਣਦੀ ਹੈ ਜਦੋਂ ਉਹਦੇ ਸਾਈਡਸ ਵਗੈਰਾ ਦੇ ਉੱਤੇ ਬਣਦੀ ਹੈ। ਮੋਰਾਂਸ ਆਰ ਫਾਊਂਡ ਵੈਨ ਮਟੀਰੀਅਲ ਇਜ਼ ਪਿਕਡ ਅਪ ਅਲੋਂਗ ਦੀ ਵੇ ਐਂਡ ਡਿਸਪੋਜ਼ਡ ਇਨ ਅ ਨਿਊ ਲੋਕੇਸ਼ਨ। ਉਹ ਕਹਿੰਦੇ ਵੀ ਇਹ ਕਿਵੇਂ ਬਣਦਾ ਜਦੋਂ ਗਲੇਸ਼ੀਅਰ ਇੱਕ ਥਾਂ ਤੋਂ ਕੀ ਆ ਕੋਈ ਨਾ ਕੋਈ ਮਟੀਰੀਅਲ ਚੱਕ ਲੈਂਦਾ ਹੈ ਦੂਜੀ ਥਾਂ ਤੇ ਸੁੱਟ ਦਿੰਦਾ ਹੈ ਤਾਂ ਉਹਨੂੰ ਦੀ ਫਾਰਮੇਸ਼ਨ ਹੁੰਦੀ ਹੈ। ਓਕੇ ਜੀ, ਨੈਕਸਟ ਕੀ ਹੈ when many alpine glaciers occur on the same mountain these moraines can create a horn। ਸੋ ਉਹਨਾਂ ਨੇ ਹਾਰਨ ਦੱਸਦਾ ਜੀ ਕੀ ਹੋਊਗਾ। ਉਹ ਕਹਿੰਦੇ ਵੀ ਜਦੋਂ ਕੀ ਆ ਅਲਪਾਈਨ ਗਲੇਸ਼ੀਅਰ ਮਤਲਬ ਜਿਹੜੇ ਪਹਾੜੀ ਇਲਾਕੇ ਦੇ ਵਿੱਚ ਹੁੰਦੇ ਆ ਉਦੋਂ ਕੀ ਹੁੰਦਾ ਹੈ ਆ ਜਿਹੜੀ ਚੀਜ਼ ਬਣ ਜਾਂਦੀ ਹੈ। ਸੈਕਿੰਡ ਦੱਸਿਆ ਹੋਇਆ ਵਾ ਮੇਟਰ ਹਾਰਨ, ਇਹ ਕੀ ਹੈ ਸਵਿੰਸ ਅਲਪ ਇਜ਼ ਵਨ ਆਫ ਦੀ ਮੋਸਟ ਫੇਮਸ ਹਾਰਨ। ਉਹ ਕੀ ਹੈ ਸਭ ਤੋਂ ਫੇਮਸ ਹਾਰਨ ਨੇ, ਠੀਕ ਹੈ ਜੀ। ਫਜ਼ੋਰਡ, ਸੈਕਿੰਡ ਆਪਾਂ ਨੂੰ ਕੀ ਆ ਗਿਆ ਫਜ਼ੋਰਡ ਦੀ ਗੱਲ ਕਰਤੇ, ਵਿਚ ਆਰ ਵੈਰੀ ਕਾਮਨ, ਕਿੱਥੇ ਹੈ ਜੀ ਕਾਮਨ, ਨਾਰਵੇ ਦੇ ਵਿੱਚ। ਆਰ ਕੋਸਟਲ ਵੈਲੀ ਦੈਟ ਫਿਲ ਵਿਦ ਓਸ਼ੀਅਨ ਵਾਟਰ ਡਿਊਰਿੰਗ ਅ ਗਲੇਸ਼ੀਅਰ ਰਿਟਰੀਟ। ਫਿਰ ਉਹਨਾਂ ਨੇ ਲੈਂਡਸਕੇਪ ਦੀ ਗੱਲ ਕਰਤੀ ਜੀ, ਉਹ ਕਹਿੰਦੇ ਆ ਵੀ ਕੀ ਇਹ ਕਦੋਂ ਬਣਦੇ ਆ ਜਦੋਂ ਲੈਂਡਸਕੇਪ ਦੇ ਵਿੱਚ ਕੀ ਹੈ ਸਮੁੰਦਰ ਦਾ ਪਾਣੀ ਭਾਰੇ ਆਉਂਦਾ ਹੈ। ਫਿਰ ਉਹਨਾਂ ਨੇ ਲੈਂਡਸਕੇਪ ਦੀ ਗੱਲ ਕਰਤੀ। ਥਰਡ ਕੀ ਆ ਗਿਆ ਹੈਂਗਿੰਗ ਵੈਲੀ, ਅਕਰ ਵੈਨ 2 or more ਗਲੇਸ਼ੀਅਰ ਵੈਲੀ ਇੰਟਰੈਕਟ ਐਟ ਵੈਰੀ ਵੇਰਿੰਗ ਐਲੀਵੇਸ਼ਨ। ਸੋ ਉਹਨਾਂ ਨੇ ਆ ਕੀ ਦੱਸਿਆ ਵੀ ਆ ਹੈਂਗਿੰਗ ਵੈਲੀ ਕਦੋਂ ਬਣਦੀ ਹੈ ਜੀ, ਠੀਕ ਹੈ ਜੀ। It is common for waterfalls to connect the higher and the lowest hanging valley such as। ਸੋ ਉਹਨਾਂ ਨੇ ਨੈਸ਼ਨਲ ਪਾਰਕ ਦੀ ਗੱਲ ਕੀਤੀ ਹੋਈ ਹੈ। ਜਿਹੜੇ ਬੱਚੇ ਨੇ ਕੀਵਰਡ ਚੱਕਣੇ ਆ ਉਹਦਾ ਜੀ ਆਨਸਰ ਗਲਤ ਹੋਊਗਾ, ਕਿਉਂ ਉਹਨੇ ਕੀ ਦੇਖਣਾ ਹੈ ਨੈਸ਼ਨਲ ਪਾਰਕ ਲਿਖਿਆ ਹੈ ਨੈਸ਼ਨਲ ਪਾਰਕ ਮਿਲ ਗਿਆ ਲਾ ਦੋ ਜੀ ਆਨਸਰ ਲਾ ਦੋ, ਬਟ ਉਹਨੇ ਇਹ ਨਹੀਂ ਦੇਖਿਆ ਕਿ ਇਹ ਫਿਰ ਕੀ ਸੀਗੀ ਸਪੈਸੀਫਿਕ ਇਨਫੋਰਮੇਸ਼ਨ ਦੱਸੀ ਸੀਗਾ ਉਹਨਾਂ ਨੇ, ਨਾ ਕਿ ਉਹਨਾਂ ਨੇ ਮੇਨ ਆਈਡੀਆ ਦੱਸਿਆ ਸੀਗਾ। ਧਿਆਨ ਦੇਣਾ ਹੈ ਮੇਨ ਆਈਡੀਆ ਜੀ। ਹੁਣ ਆਪਾਂ ਇੰਨਾ ਹੀ ਪੜਿਆ ਵਾ, ਆਪਾਂ ਲਾਸਟ ਵਾਲੀਆਂ ਲਾਈਨਸ ਨਾ ਵੀ ਪੜੀਏ, ਠੀਕ ਹੈ ਜੀ। ਆਪਾਂ ਨੂੰ ਕਲੈਰਿਟੀ ਕੀ ਆਊਗੀ, ਉਹਨਾਂ ਨੇ ਆਪਾਂ ਨੂੰ ਇੱਕ ਆਨਸਰ ਦੱਸਿਆ ਹੋਣਾ ਹੈ। ਦੇਖਿਓ ਪਹਿਲਾਂ ਕੀ ਸੀਗਾ ਨੈਸ਼ਨਲ ਪਾਰਕ, ਇਹ ਤਾਂ ਸਪੈਸੀਫਿਕ ਇਨਫੋਰਮੇਸ਼ਨ ਸੀਗੀ, ਇਹ ਤਾਂ ਆਪਾਂ ਕੱਟ ਦਈਏ। ਸੋ ਉਸ ਤੋਂ ਬਾਅਦ ਉਹਨਾਂ ਨੇ ਕੀ ਦੱਸਿਆ ਹੋਇਆ ਸੀਗਾ ਇੱਕ ਇਫੈਕਟ ਔਨ ਲੈਂਡਸਕੇਪ। ਇਫੈਕਟ ਕੀ ਸੀਗਾ ਉਹਨਾਂ ਨੇ ਦੱਸਿਆ ਹੋਇਆ ਕਿਵੇਂ ਬਣਦਾ ਇਫੈਕਟ, ਕਿਵੇਂ ਹਾਰਨ ਕਿਵੇਂ ਬਣਦੇ ਆ, ਫਜ਼ੋਰਟਸ ਕਿਵੇਂ ਬਣਦੇ ਆ, ਹੈਂਗਿੰਗ ਵੈਲੀ ਜਦੋਂ ਪਾਣੀ ਵਗੈਰਾ ਭਰ ਜਾਂਦਾ ਹੈ। ਓਕੇ ਜੀ, ਲਾਸਟ ਆਪਣਾ ਰਹਿ ਗਿਆ ਕੀ ਸੀਗਾ ਇਸ ਅ ਲਾਰਜ ਬਾਉਲ ਸ਼ੇਪਡ ਵੈਲੀ ਦੈਟ ਫਾਰਮਸ, ਕਦੋਂ ਬਣਦੀ ਆ ਕਦੋਂ ਫਰੰਟ ਆਫ ਅ ਗਲੇਸ਼ੀਅਰ। ਉਸ ਤੋਂ ਬਾਅਦ ਕੀ ਆ ਆਫਨ ਹੈਵ ਅ ਲਿਪ ਔਨ ਇਟਸ ਡਾਊਨ ਸਲੋਪ ਦੈਟ ਇਜ਼ ਡੀਪ ਇਨਫ ਟੂ ਹੋਲਡ ਸਮਾਲ ਲੇਕਸ ਵੈਨ ਦੀ ਆਈਸ ਮੈਲਟ ਅਵੇ। ਮਤਲਬ ਕੀ ਸੀਗਾ ਉਹ ਕਹਿੰਦੇ ਵੀ ਮੰਨ ਲਓ ਕਿ ਇਦਾਂ ਦੀ ਕੋਈ ਚੀਜ਼ ਬਣੀ ਹੋਈ ਆ ਓਕੇ ਜੀ, ਢਲਾਣ ਵਗੈਰਾ ਹੈਗੀ ਆ, ਗਲੇਸ਼ੀਅਰ ਪਿਘਲ ਕੇ ਤਾਂ ਇੱਥੇ ਕੀ ਆ ਪਾਣੀ ਜਮਾ ਹੋ ਜਾਊਗਾ ਤੇ ਲੇਕਸ ਵਗੈਰਾ ਬਣ ਜਾਣਗੇ। ਸੋ ਇਹਨੂੰ ਕੀ ਕਿਹਾ ਜਾਊਗਾ ਆਈਡੀ ਚੀਜ਼ ਕਿਹਾ ਜਾਊਗਾ। ਮਤਲਬ ਕੀ ਸੀਗਾ ਲੈਂਡਸਕੇਪ ਦੱਸਿਆ ਉਹਨਾਂ ਨੇ, ਲੈਂਡਸਕੇਪ ਦੇ ਉੱਤੇ ਗਲੇਸ਼ੀਅਰ ਪਿਘਲ ਗਏ ਇੱਥੇ ਲੇਕਸ ਬਣ ਜਾਣਗੀਆਂ, ਗਲੇਸ਼ੀਅਰ ਵੀ ਕੀ ਕਰਨਗੇ ਤਾਂ ਕੀ ਆ ਹਾਰਨ ਬਣ ਜਾਣਗੇ ਜਾਂ ਇਦਾਂ ਦੀ ਕੋਈ ਚੀਜ਼। ਸੋ ਆਪਣਾ ਕੀ ਸੀਗਾ ਇਫੈਕਟ ਕੀ ਪਿਆ ਲੈਂਡਸਕੇਪ ਦੇ ਉੱਤੇ, ਇੱਥੋਂ ਆਪਣਾ ਆਨਸਰ ਆ ਜਾਊਗਾ। ਓਕੇ, ਲਾਸਟ ਆਪਣਾ ਇੱਕ ਪੈਸੇਜ ਰਹਿ ਗਿਆ ਜੀ, ਉਹ ਕੀ ਹੈ glacier movement and shape shifting typically occur over hundreds of year ਉਹਨਾਂ ਨੇ ਦੱਸਿਆ ਜੀ। ਆਪਣਾ ਇੱਕ ਆਪਸ਼ਨ ਸੀਗੀ ਆਪਾਂ ਨੇ ਪੜਿਆ ਉਹ ਕੀ ਸੀਗਾ, ਇੱਕ ਤਾਂ ਥਰੂ ਆਊਟ ਈਅਰਸ ਵਾਲੀ ਕੀਤੀ ਸੀਗੀ, ਇੱਕ ਉਹਨੇ ਲਾਸਟ ਆਈਸੇਜ ਕੀਤੀ ਸੀ, ਮਤਲਬ ਦੋਨਾਂ ਦੇ ਵਿੱਚ ਈਅਰ ਦੀ ਗੱਲ ਚੱਲ ਰਹੀ ਸੀ। ਹੁਣ ਆਪਾਂ ਦੇਖਦੇ ਹਾਂ ਜੀ ਇਹਨਾਂ ਦੋਨਾਂ ਦੇ ਵਿੱਚੋਂ ਕਿਹੜਾ ਆਨਸਰ ਆਊਗਾ। While presently about 10% of the Earth's land is covered with glacier। ਉਹ ਕਹਿੰਦੇ ਵੀ ਅੱਜ ਦੇ ਸਮੇਂ ਦੇ ਵਿੱਚ 10% ਆਪਣਾ ਜਿਹੜਾ ਲੈਂਡ ਆ ਕਾਹਦੇ ਨਾਲ ਭਰਿਆ ਹੋਇਆ ਗਲੇਸ਼ੀਅਰ ਦੇ ਨਾਲ।
It is believed that during the last ice age covered approximately 32% of the earth's surface। ਉਹਨਾਂ ਨੇ ice age ਦੀ ਤਾਂ ਗੱਲ ਕਰਤੀ, ਬਟ ਉਹਨਾਂ ਨੇ ਆਈਸ ਦੀ ਵੀ ਗੱਲ ਕੀਤੀ ਹੈ। ਮਤਲਬ ਕੀ ਆ, ਉਦੋਂ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰਨ ਦੇ ਆ, ਮਤਲਬ ਕੀ ਆਊਗਾ ਥਰੂ ਆਊਟ ਈਅਰਸ, ਨਾ ਕਿ ਇਕੱਲਾ ਲਾਸਟ ਆਈਸ ਏਜ। ਸੋ ਕੀ ਸੀਗਾ ਜੀ ਇੱਥੇ ਅੰਡਰਸਟੈਂਡਿੰਗ ਦੇ ਉੱਤੇ ਸੀਗਾ ਆਪਣਾ, ਕੀ ਸੀਗਾ ਉਹਨਾਂ ਨੇ ਦੱਸਿਆ ਲਾਸਟ ਆਈਸ ਏਜ, ਲਾਸਟ ਆਈਸ ਏਜ ਤੋਂ ਲੈ ਕੇ ਹੁਣ ਤੱਕ, ਮਤਲਬ ਟਾਈਮ ਜਿਵੇਂ ਜਿਵੇਂ ਬੀਤਿਆ, ਤੇ ਆਪਣਾ ਕੀ ਸੀਗਾ ਥਰੂ ਆਊਟ ਈਅਰ ਦਾ ਮਤਲਬ, ਥਰੂ ਈਅਰਸ ਦਾ ਮਤਲਬ ਕੀ ਹੋਇਆ ਵੀ ਜਿਵੇਂ ਜਿਵੇਂ ਟਾਈਮ ਬੀਤਿਆ। ਪਹਿਲਾਂ ਕੀ ਸੀਗਾ 10 ਸੌਰੀ ਪਹਿਲਾਂ ਕੀ ਸੀਗਾ 32%, ਅੱਜ ਦੇ ਸਮੇਂ 'ਚ ਕਿੰਨਾ ਵਾ 10%। ਸੋ ਇਹ ਕੀ ਸੀਗਾ ਉਹਨਾਂ ਨੇ ਦੱਸਿਆ। ਨੈਕਸਟ ਆ ਜਾਓ, ਇਨ ਦੀ ਪਾਸਟ ਸੈਂਚੁਰੀ, ਪਿਛਲੀ ਸੈਂਚੁਰੀ ਦੇ ਵਿੱਚ ਮੋਸਟ ਗਲੇਸ਼ੀਅਰ ਹੈਵ ਬੀਨ ਰਿਟਰੀਟਡ ਰਾਦਰ ਦੈਨ ਫਲੋਇੰਗ ਫਾਰਵਰਡ। ਕਾਫੀ ਸਾਰੇ ਗਲੇਸ਼ੀਅਰ ਪਿੱਛੇ ਨੂੰ ਮੁੜ ਗਏ, ਗਾਂਹ ਨੂੰ ਨਹੀਂ ਵਧੇ। ਇਟ ਇਜ਼ ਅਨਨੋਨ ਵੈਦਰ ਦੀ ਗਲੇਸ਼ੀਅਰ ਐਕਟੀਵਿਟੀਜ਼ ਡਿਊ ਟੂ ਹਿਊਮਨ ਇੰਪੈਕਟ ਔਰ ਨੈਚੁਰਲ ਕਾਜ਼ਸ। ਇਹ ਆਪਾਂ ਨੂੰ ਅੱਜ ਤੱਕ ਨਹੀਂ ਪਤਾਗਾ ਕੀ ਆ, ਹਿਊਮਨਸ ਦੇ ਕਰਕੇ ਜਾਂ ਫਿਰ ਨੈਚੁਰਲ ਕੋਈ ਚੀਜ਼ ਆ ਉਹਦੇ ਕਰਕੇ ਆ। ਬਟ ਬਾਈ ਸਟੱਡੀ ਗਲੇਸ਼ੀਅਰ ਮੂਵਮੈਂਟਸ ਐਂਡ ਕੰਪੇਅਰਿੰਗ ਕਲਾਈਮੇਟ ਐਂਡ ਐਗਰੀਕਲਚਰ ਪ੍ਰੋਫਾਈਲਸ ਓਵਰ ਹੰਡਰਡਸ ਆਫ ਈਅਰਸ, ਹੰਡਰਡਸ ਆਫ ਈਅਰ ਮਤਲਬ ਫਿਰ ਉਹ ਕਹਿੰਦੇ ਆ ਕਾਫੀ ਸਾਰੇ ਟਾਈਮ ਤੱਕ ਆਪਾਂ ਕੀ ਕੀਤੀ, ਸਟੱਡੀ ਕੀਤੀ। ਤੇ ਜਿਹੜੇ ਗਲੇਸ਼ੀਅਰਲੋਜਿਸਟ ਹੁੰਦੇ ਆ ਕੈਨ ਬਿਗਿਨ ਟੂ ਅੰਡਰਸਟੈਂਡ ਇਨਵਾਇਰਮੈਂਟਲ ਇਸ਼ੂ ਸਚ ਐਸ ਗਲੋਬਲ ਵਾਰਮਿੰਗ। ਉਹਨਾਂ ਨੇ ਕੀ ਮੰਨਿਆ ਕਿ ਗਲੋਬਲ ਵਾਰਮਿੰਗ ਦੇ ਕਰਕੇ ਕਾਜ਼ ਹੋਇਆ। ਸੋ ਕੀ ਸੀਗਾ ਆਪਣੀਆਂ ਪਹਿਲੀਆਂ ਕੁਝ ਲਾਈਨਸ ਦੇ ਵਿੱਚ ਆਪਣਾ ਆਨਸਰ ਮਿਲ ਗਿਆ ਸੀਗਾ। ਲਾਸਟ ਵਾਲੀਆਂ ਲਾਈਨਸ ਦੇ ਵਿੱਚ ਉਹਨਾਂ ਨੇ ਕੀ ਸੀਗਾ ਐਡੀਸ਼ਨਲ ਇਨਫੋਰਮੇਸ਼ਨ ਦਿੱਤੀ ਸੀਗੀ, ਮਤਲਬ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ ਸੀਗੀਆਂ। ਤਾਂ ਦੇਖਿਆ ਜਾਵੇ ਤਾਂ ਆਪਣਾ ਕੀ ਸੀਗਾ ਥਰੂ ਆਊਟ ਈਅਰ ਕਿਉਂ ਆਊਗਾ, ਆਈਸ ਏਜ ਵਾਲਾ ਕਿਉਂ ਨਹੀਂ ਆਊਗਾ। ਗਲੇਸ਼ੀਅਰਸ ਇਨ ਦੀ ਲਾਸਟ ਆਈਸ ਏਜ, ਗਲੇਸ਼ੀਅਰ ਪਿਛਲੇ ਆਈਸ ਏਜ ਦੇ ਵਿੱਚ ਕਿਵੇਂ ਸੀਗੇ, ਇਹਦੀ ਸੈਂਸ ਇਹ ਨਿਕਲਦੀ ਆ। ਉਹਨਾਂ ਨੇ ਇਹਨਾਂ ਦੱਸਿਆ ਵੀ 32% ਕੀ ਸੀਗਾ ਲੈਂਡ ਆਪਣਾ ਗਲੇਸ਼ੀਅਰ ਦੇ ਨਾਲ ਭਰਿਆ ਸੀਗਾ, ਬਟ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਉਸ ਸਮੇਂ ਦੇ ਵਿੱਚ ਗਲੇਸ਼ੀਅਰ ਹੈ ਕਿਵੇਂ ਦੇ ਸੀਗੇ। ਬਟ ਉਹਨਾਂ ਨੇ ਇਹ ਆਪਾਂ ਨੂੰ ਦੱਸਿਆ ਵੀ ਥਰੂ ਆਊਟ ਈਅਰ ਉਹ ਚੇਂਜ ਕਿਵੇਂ ਹੋਏ। ਪਹਿਲਾਂ ਕਿੰਨੇ ਸੀਗੇ 32%, 32% ਤੋਂ ਕਿੰਨੇ ਹੋ ਗਏ 10% ਹੋ ਗਏ। ਓਕੇ ਜੀ, ਸੋ ਇਸ ਦਾ ਕੀ ਸੀਗਾ ਕਾਜ਼, ਪਹਿਲਾਂ ਕਹਿੰਦੇ ਸਾਨੂੰ ਨਹੀਂ ਪਤਾ, ਬਾਅਦ ਦੇ ਵਿੱਚ ਕੀ ਕਹਿਤਾ ਉਹਨਾਂ ਨੇ ਗਲੋਬਲ ਵਾਰਮਿੰਗ ਦਾ, ਉਹਨਾਂ ਨੇ ਗਲੋਬਲ ਵਾਰਮਿੰਗ ਉਹਨਾਂ ਨੇ ਦੱਸਤਾ ਕਿ ਇਹਦਾ ਕਾਜ਼ ਹੈ। ਸੋ ਆਹ ਸੀਗੇ ਜੀ ਆਪਣੀ ਲਿਸਟ ਆਫ ਹੈਡਿੰਗ। ਓਕੇ, ਸੋ ਜੇ ਆਪਾਂ ਹੋਰ ਗੱਲਾਂ ਵੱਲ ਆਈਏ ਤਾਂ ਰੀਡਿੰਗ ਦੇ ਵਿੱਚ ਕਿਹੜੀ ਚੀਜ਼ ਇੰਪੋਰਟੈਂਟ ਹੁੰਦੀ ਹੈ, ਇੱਕ ਤਾਂ ਜੀ ਵੋਕੈਬਲਰੀ ਹੁੰਦੀ ਹੈ, ਸੈਕੰਡ ਕੀ ਹੁੰਦੀ ਹੈ ਆਪਣੀ ਪੈਰਾਗ੍ਰਾਫਿੰਗ। ਜੇ ਤੁਹਾਨੂੰ ਕਰਨੀ ਆਉਂਦੀ ਹੈ ਤਾਂ ਬਹੁਤ ਹੀ ਬੈਸਟ ਹੈ, ਕਿਉਂਕਿ ਆਪਾਂ ਨੂੰ ਲਿਸਟ ਆਫ ਹੈਡਿੰਗ ਦੇ ਵਿੱਚ ਬਹੁਤ ਹੀ ਜ਼ਿਆਦਾ ਹੈਲਪ ਕਰਦੀ ਹੈ। ਨੈਕਸਟ ਕੀ ਆਊਗੀ ਜੀ, ਉਸ ਤੋਂ ਬਾਅਦ ਅੰਡਰਸਟੈਂਡਿੰਗ ਆਉਂਦੀ ਹੈ। ਸੋ ਮਤਲਬ ਆਪਾਂ ਅੰਡਰਸਟੈਂਡ ਤਾਂ ਕਰ ਲਿਆ, ਫੋਰ ਐਗਜ਼ਾਮਪਲ ਕਿ ਇੱਥੋਂ ਲੈ ਕੇ ਇੱਥੋਂ ਤੱਕ ਆਪਾਂ ਪੈਸੇ ਪੜ੍ਹਿਆ, ਆਪਾਂ ਅੰਡਰਸਟੈਂਡ ਕਰ ਲਿਆ, ਬਟ ਆਪਣੀ ਸਪੀਡ ਨਹੀਂ ਹੈਗੀ ਪੜ੍ਹਨ ਦੀ। ਓਕੇ, ਹੁਣ ਕੀ ਆਪਾਂ ਦੋਨਾਂ ਦੇ ਵਿੱਚ ਹਾਰਮੋਨੀ ਬਣਾਉਣੀ ਆ। ਫੋਰ ਐਗਜ਼ਾਮਪਲ ਇਹ ਨਹੀਂਗਾ ਕਿ ਇੰਨਾ ਪਹਿਲਾ ਪੇਜ ਹੈਗਾ ਹੈ, ਮੈਂ ਕੀ ਆ 2 ਮਿੰਟਾਂ ਦੇ ਵਿੱਚ ਪੜ੍ਹ ਲਿਆ, ਬਟ ਮੈਂ ਸਮਝਿਆ ਕੁਛ ਵੀ ਨਹੀਂ, ਮਤਲਬ ਕੀ ਆ ਕੋਈ ਫਾਇਦਾ ਹੀ ਨਹੀਂਗਾ ਪੜ੍ਹਨ ਦਾ। ਮਤਲਬ ਕੀ ਹੋਇਆ, ਪਹਿਲਾਂ ਤਾਂ ਅੰਡਰਸਟੈਂਡ ਵੀ ਕਰਨਾ ਜੀ, ਉਸ ਤੋਂ ਬਾਅਦ ਕੀ ਆ ਉਹਨੂੰ ਨਾਲ ਦੀ ਨਾਲ ਜਲਦੀ ਜਲਦੀ ਪੜ੍ਹਨਾ ਵੀ ਆ। ਸੋ ਥੈਂਕਸ ਫॉर ਵਾਚਿੰਗ ਆ ਜਿਹੜੀ ਆਪਣੀ ਵੀਡੀਓ, ਇਹਦੇ ਉੱਤੇ ਬੇਸਿਕ ਲਿਸਟ ਆਫ ਹੈਡਿੰਗਸ ਦੇ ਉੱਤੇ। ਸੋ ਥੈਂਕ ਯੂ ਗਾਇਸ।